ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਨੇ ਮਾਨ ਬਖਸ਼ ਕੀਤੀ ਹੈ ਜੋ ਆਪਣੀ ਅੰਮ੍ਰਿਤਮਈ ਬਾਣੀ ਦੀ ਕਥਾ ਆਪਾਂ ਸਾਰਿਆਂ ਨੂੰ ਬਖਸ਼ੀ ਹੋਈ ਹੈ। ਪਿੱਛੇ 20 ਅਸ਼ਟਪਦੀਆਂ ਹੋ ਚੁੱਕੀਆਂ ਨੇ। 21ਵੀਂ ਅਸ਼ਟਪਦੀ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਜਿਸ ਪ੍ਰਕਾਰ ਪਰਲੋਆਂ ਦਾ ਜ਼ਿਕਰ ਕੀਤਾ ਹੈ, 6 ਪੌੜੀਆਂ ਯਾਨੀ 6 ਪਦਿਆਂ ਦੇ ਵਿੱਚ ਨਿਮਿਤ ਪਰਲੋਂ ਆਵੰਤਰਗ ਪਰਲੋਂ ਮਹਾਂਪਰਲੋਂ ਗਿਆਨ ਪਰਲੋਂ ਦਾ ਜ਼ਿਕਰ ਕਰਕੇ ਫਿਰ ਮਹਾਰਾਜ ਦੀ ਰਚਨਾ ਬਾਰੇ ਦੱਸਣਗੇ ਇਸ ਅਸ਼ਟਪਦੀ ਦੇ ਅੰਦਰ। ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਸੁਣੋ ਜੀ। ਸ਼ਲੋਕ ਸਰਗੁਣ ਨਿਰਗੁਣ ਨਿਰੰਕਾਰ। ਹੇ ਭਾਈ, ਉਹ ਪਰਮੇਸ਼ਰ ਸਰਗੁਣ ਮਾਇਆ ਸਰਬ ਹੋ ਕੇ ਸਰਗੁਣ ਸਰੂਪ ਹੈ, ਨਿਰਗੁਣ ਤਿੰਨਾਂ ਗੁਣਾਂ ਤੋਂ ਅਤੀਤ, ਨਿਰੰਕਾਰ ਮਾਇਕੀ ਪਦਾਰਥਾਂ ਦੇ ਆਕਾਰਾਂ ਤੋਂ ਰਹਿਤ ਹੈ ਤੇ ਐਸਾ ਜੋ ਪਰਮੇਸ਼ਰ ਵਾਹਿਗੁਰੂ ਨਿਰਾਕਾਰ ਹੈ। ਸੁਨ ਸਮਾਧੀ ਬੋਲਦੇ ਜੀ। ਸੁਨ ਸਮਾਧੀ ਆਪ। ਅਫੁਰ ਸਮਾਧੀ ਵਿੱਚ ਸੁਣਨ ਦਾ ਅਰਥ ਹੈ ਅਫੁਰ ਹੈ, ਉਹਦੇ ਵਿੱਚ ਬੈਠਣ ਵਾਲਾ ਵੀ ਆਪ ਹੀ ਹੈ। ਜੋ ਨਿਰਗੁਣ ਸੁਨ ਅਫੁਰ ਸਮਾਧੀ ਰੂਪ ਹੋ ਕੇ ਆਕਾਰਾਂ ਤੋਂ ਰਹਿਤ ਨਿਰੰਕਾਰ ਆਪ ਹੀ ਜਦੋਂ ਪਰਲੋਂ ਕਰ ਲੈਂਦਾ ਹੈ ਉਦੋਂ ਸਮਾਧੀ ਲਾ ਕੇ ਆਪ ਹੀ ਬੈਠਣ ਵਾਲਾ ਸੁਨ ਅਫੁਰ ਰੂਪ ਹੈ, ਕਿਸੇ ਹੋਰ ਪ੍ਰਕਾਰ ਦਾ ਫੁਰਨਾ ਨਹੀਂ। ਜਗਤ ਨੂੰ ਪੈਦਾ ਕਰਕੇ ਲੀਨ ਕਰਨ ਵਾਲਾ ਸਰਗੁਣ ਸਰੂਪ ਆਪ ਹੀ ਹੈ। ਮਾਇਆ ਸਬਲ ਹੋ ਕਰਕੇ ਸਰਗੁਣ ਤੇ ਤਿੰਨਾਂ ਗੁਣਾਂ ਤੋਂ ਅਤੀਤ ਹੋਣ ਕਰਕੇ ਉਹ ਨਿਰਗੁਣ ਕਹੀਦਾ। ਐਸਾ ਪਰਮੇਸ਼ਰ ਵਾਹਿਗੁਰੂ ਨਿਰਗੁਣ ਆਪ ਸਰਗੁਣ ਪੀ ਉਹੀ ਕਲਾ ਧਾਰਜਨ ਸਗਲੀ ਮੋਹੀ। ਐਸਾ ਵਾਹਿਗੁਰੂ ਹੈ ਆਪਨ ਕੀਆ ਨਾਨਕਾ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਨ ਕਰਦੇ ਆ, ਹਰੀ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਆਪਣੇ ਤੋਂ ਸੰਸਾਰ ਨੂੰ ਪੈਦਾ ਕੀਤਾ ਹੈ। ਆਪਣੇ ਜਾਪ ਨੂੰ ਫਿਰ ਜਪਦਾ ਹੈ ਆਪ ਹੀ। ਆਪਨ ਕੀਆ ਨਾਨਕਾ। ਐਸਾ ਪਰਮੇਸ਼ਰ ਵਾਹਿਗੁਰੂ ਹੈ, ਇਹ ਸੰਸਾਰ ਉਸਨੇ ਪੈਦਾ ਕੀਤਾ ਹੈ ਆਪ ਹੀ। ਅੱਗੇ ਆਪੇ ਹੀ ਫਿਰ ਜਾਪ। ਤੇ ਸੰਸਾਰ ਨੂੰ ਪੈਦਾ ਕਰਨ ਵਾਲਾ ਸੰਸਾਰ ਆਪ ਹੀ ਕੀਤਾ ਤੇ ਆਪ ਹੀ ਆਪਣੀ ਜਾਪ ਨੂੰ ਜਪਣ ਵਾਲਾ ਹੈ। ਆਪ ਇਸ ਪ੍ਰਪੰਚ ਨੂੰ ਜਪਤ ਕਰਨ ਵਾਲਾ ਹੈ, ਲਹਿਤਾ ਕਰਨ ਵਾਲਾ ਹੈ। ਸੰਸਾਰ ਦਾ ਮਿਥਿਆਪਣ ਸਿੱਧ ਕਰਨ ਵਾਸਤੇ ਫਿਰ ਪਰਲੋਂ ਦਿਖਾਉਂਦਾ ਹੈ। ਪਰਲੋਂ ਜਿਹੜੀ ਹੈ ਉਹ ਕਈ ਵਿਦਵਾਨਾਂ ਨੇ 4 ਪ੍ਰਕਾਰ ਦੀ ਮੰਨੀ ਹੈ, ਪਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ਾਂ ਨੇ ਕਥਾ ਦੇ ਵਿੱਚ ਜੋ ਅੰਮ੍ਰਿਤ ਬਚਨ ਕੀਤੇ ਹੈ ਤੇ ਉਹਦੇ ਵਿੱਚ ਉਹਨਾਂ ਨੇ 28ਵੀਂ ਕਥਾ ਦੇ ਵਿੱਚ 5 ਪ੍ਰਕਾਰ ਦੀ ਪਰਲੋਂ ਦਾ ਜ਼ਿਕਰ ਕੀਤਾ ਹੈ। ਤੇ ਉਹਦੇ ਵਿੱਚ ਨਿਮਿਤ ਪਰਲੋਂ ਆਵੰਤਰਕ ਪਰਲੋਂ, ਪ੍ਰਕਿਰਤ ਪਰਲੋਂ ਵੀ ਇਸੇ ਨੂੰ ਕਹਿੰਦੇ ਨੇ, ਆਵੰਤਰ ਪਰਲੋਂ ਨੂੰ, ਤੇ ਮਹਾਂਪਰਲੋਂ, ਗਿਆਨ ਪਰਲੋਂ 5ਵੀਂ ਮਹਾਂਪੁਰਖਾਂ ਨੇ ਸਿੱਧ ਕੀਤੀ ਹੈ। ਨਿਤ ਪਰਲੋਂ ਕੀ ਹੈ? ਜਦੋਂ ਅਸੀਂ ਸੌਂ ਜਾਂਦੇ ਹਾਂ ਉਸ ਵੇਲੇ ਕੋਈ ਵੀ ਸੁਰਤ ਨਹੀਂ ਹੁੰਦੀ, ਭਾਵੇਂ ਕੋਈ ਵਸਤੂ ਚੱਕ ਕੇ ਲੈ ਜਾਵੇ, ਕੋਈ ਦੁਸ਼ਮਣ ਆ ਜਾਵੇ, ਕੋਈ ਸੱਜਣ ਆ ਜਾਵੇ, ਕੋਈ ਅਸਰ ਨਹੀਂ ਹੁੰਦਾ। ਉਹਨੂੰ ਨਿਤ ਪਰਲੋਂ ਕਹਿੰਦੇ। ਇਹ ਨਿਤ ਪਰਲੋਂ ਕਹੀਦੀ ਹੈ ਜਦੋਂ ਨੀਂਦ ਆ ਜਾਂਦੀ ਹੈ। ਨਿਮਿਤ ਪਰਲੋਂ ਜਦੋਂ ਉਮਰ ਜੀਵ ਨੂੰ ਜਿਹੜੀ ਵਾਹਿਗੁਰੂ ਨੇ ਦਿੱਤੀ ਹੈ ਉਹ ਪ੍ਰਲਬਧ ਪੂਰੀ ਹੋ ਜਾਵੇ, ਪ੍ਰਲਬਧ ਭੋਗ ਕੇ ਜੀਵ ਸਰੀਰ ਛੱਡਦਾ ਹੈ। ਭਾਵ ਕੀ ਹੈ ਵੀ ਜਦੋਂ ਮੌਤ ਆ ਜਾਂਦੀ ਹੈ ਉਹ ਨਿਮਿਤ ਪਰਲੋਂ ਕਹੀ ਜਾਂਦੀ ਹੈ। ਤੀਸਰੀ ਹੈ ਅਵੰਤਰੰਗ ਪਰਲੋਂ, ਯਾਨੀ ਪ੍ਰਕਿਰਤ ਪਰਲੋਂ। ਜਦੋਂ ਬਰਮਾ ਜੀ ਦਾ ਇੱਕ ਦਿਨ ਗੁਜ਼ਰ ਜਾਂਦਾ ਹੈ, ਬਰਮਾ ਰਾਤ ਨੂੰ ਸੌਂ ਜਾਂਦਾ ਹੈ,
ਚਾਰੇ ਯੁੱਗ 1000 ਵਾਰ ਬੀਤਦੇ ਆ, ਇਹ ਬ੍ਰਹਮਾ ਦਾ ਇੱਕ ਦਿਨ ਮੰਨਿਆ। ਉਸ ਵੇਲੇ ਕਦੇ ਪਾਣੀ ਦੀ ਪਰਲੋਂ, ਕਦੇ ਅਗਨੀ ਦੀ ਪਰਲੋਂ, ਇਹ ਤੱਤਾਂ ਦੀ ਪਰਲੋਂ ਹੁੰਦੀ ਹੈ। ਜਦੋਂ ਦਿਨ ਚੜ੍ਹਦਾ ਬ੍ਰਹਮਾ ਜਾਗਦਾ ਹੈ। ਇਹ ਬ੍ਰਹਮਾ ਦਾ ਜਾਗਣਾ ਜਦੋਂ ਹੁੰਦਾ ਹੈ ਸੌਣ ਤੋਂ ਬਾਅਦ, ਤੇ ਇਸ ਕਰਕੇ ਬ੍ਰਹਮੇ ਦੇ ਸੌਣ ਦੇ ਨਾਲ ਪਰਲੋਂ ਤੇ ਜਾਗਣ ਦੇ ਨਾਲ ਉਹ ਸ੍ਰਿਸ਼ਟੀ ਨੂੰ ਫੇਰ ਰਚ ਲੈਂਦਾ। ਇਸ ਕਰਕੇ ਸੌਣ ਤੋਂ ਬਾਅਦ ਜਦੋਂ ਇਹਨੂੰ ਪਰਲੋਂ ਮੰਨਿਆ, ਇਹ ਅਵੰਤਰਿਕ ਪਰਲੋਂ ਕਹਾਉਂਦੀ ਹੈ। ਜਿਸ ਸਮੇਂ ਮਾਤਲੋਕ ਦੇ ਸਾਰੇ ਜੀਵ ਜੰਤ ਖਤਮ ਹੋ ਜਾਂਦੇ ਨੇ, ਕੇਵਲ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ ਉੱਪਰਲੇ ਲੋਕ ਕਾਇਮ ਰਹਿਣ, ਧਰਤੀ ਤੇ ਜਲ ਹੀ ਜਲ ਵਰਤ ਜਾਂਦਾ ਹੈ, ਅਵੰਤਰਨ ਪਰਲੋਂ ਕਹਿੰਦੇ ਹੈ। ਤੇ ਜਿਸ ਸਮੇਂ ਪ੍ਰਕਿਰਤ ਪਰਲੋਂ ਹੋਈ, ਇੱਕ ਵਾਰੀ ਐਸਾ ਸਮਾਂ ਆਇਆ ਜਲ ਹੀ ਜਲ ਸੀ। ਮਾਰਕੰਡਾ ਰਿਸ਼ੀ ਉਹ ਜਲ ਉੱਤੇ ਤੈਰਦਾ ਫਿਰਦਾ ਸੀ। ਜਦੋਂ ਤੈਰਦਾ ਤੈਰਦਾ ਪ੍ਰਾਗਰਾਜ ਜਿੱਥੇ ਜਗ੍ਹਾ ਇੱਥੇ ਪਹੁੰਚਿਆ, ਪਰਮਾਤਮਾ ਦੀ ਰਚਨਾ ਇੱਕ ਵਟ ਦਾ ਬਿਰਸ਼ ਦੇਖਿਆ। ਉਹਦੇ ਤੇ ਈਸ਼ਵਰ ਆਪਣਾ ਛੋਟਾ ਰੂਪ ਬਾਲਾ ਪ੍ਰੀਤਮ ਹੋ ਕੇ ਬੈਠਾ ਕੌਤਕ ਵੇਖ ਰਿਹਾ। ਉਹ ਵਟ ਨਾਲ ਬਾਹਰ ਕੇ ਜਿਹੜਾ ਮਾਰਕੰਡਾ ਰਿਸ਼ੀ ਸੀ ਉਹ ਜਾ ਲੱਗਿਆ ਤੈਰਦਾ, ਕਿਉਂਕਿ ਇਹਨੂੰ ਅਮਰ ਮੰਨਿਆ। ਬਿਰਸ਼ ਉੱਤੇ ਬੈਠਾ ਦੇਖ ਕੇ ਮਾਰਕੰਡੇ ਨੇ ਪੁੱਛਿਆ, ਤੂੰ ਕੌਣ ਹੈ? ਇੱਥੇ ਕਿਉਂ ਬੈਠਾ ਹੈ? ਕੀ ਵੇਖਦਾ ਹੈ? ਉਹ ਬਾਲਕ ਰੂਪ ਈਸ਼ਵਰ ਨੇ ਕਿਹਾ, ਬਾਲਾ ਪ੍ਰੀਤਮ ਨੇ, ਕਿ ਮੈਂ ਬਾਲਾ ਪ੍ਰੀਤਮ ਰੂਪ ਧਾਰ ਕੇ ਪ੍ਰਕਿਰਤੀ ਦੀ ਪਰਲੋਂ ਨੂੰ ਵੇਖ ਰਿਹਾ। ਇਹ ਮੇਰਾ ਤਮਾਸ਼ਾ ਹੈ। ਇਹ ਜਲ ਸੁੱਕੇਗਾ, ਫਿਰ ਸ੍ਰਿਸ਼ਟੀ ਰਚਾਂਗਾ। ਇਸ ਤਰ੍ਹਾਂ ਪ੍ਰਕਿਰਤ ਪਰਲੋਂ ਕਥਨ ਕੀਤੀ ਹੈ। ਮਹਾਪਰਲੋਂ ਜਦੋਂ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਤਿੰਨਾਂ ਦੀ ਉਮਰ ਪੂਰੀ ਹੋ ਜਾਂਦੀ ਹੈ, ਸਾਰੇ ਜੀਵ ਆਪਣਾ ਕਰਮ ਫਲ ਦੇਣ ਤੋਂ ਸ਼ਾਂਤ ਹੋ ਜਾਂਦੇ ਨੇ। ਸਾਰੀ ਧਰਤੀ ਦੇ ਉੱਤੇ ਜੀਵ ਉੱਤੇ ਜਿੰਨੇ ਵੀ ਹਨ ਸਾਰੇ ਨਾਸ ਹੋ ਜਾਂਦੇ ਨੇ। ਧਰਤੀ ਜਿਹੜੀ ਹੈ ਉਹ ਪਾਣੀ ਵਿੱਚ ਲੀਨ ਹੋ ਜਾਂਦੀ ਹੈ, ਪਾਣੀ ਅਗਨੀ ਵਿੱਚ ਲੀਨ ਹੋ ਜਾਂਦਾ ਹੈ, ਅੱਗ ਹਵਾ ਵਿੱਚ ਲੀਨ ਹੋ ਜਾਂਦੀ ਹੈ, ਹਵਾ ਆਕਾਸ਼ ਵਿੱਚ ਲੀਨ ਹੋ ਜਾਂਦੀ ਹੈ। ਆਕਾਸ਼ ਹੈ ਜਿਹੜਾ ਉਹ ਸੂਖਮ ਤੱਤਾਂ ਵਿੱਚ, ਸੂਖਮ ਤੱਤ ਮਾਇਆ ਵਿੱਚ, ਮਾਇਆ ਸੂਖਮ ਰੂਪ ਹੋ ਕੇ ਉਹ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ। ਤੇ ਜਿਵੇਂ ਮਦਾਰੀ ਤਮਾਸ਼ਾ ਕਰਦਾ ਉਹ ਸਾਰੀਆਂ ਚੀਜ਼ਾਂ ਝੋਲੀ ਦੇ ਵਿੱਚ ਇਕੱਠੀਆਂ ਕਰਕੇ ਪਾ ਲੈਂਦਾ ਹੈ, ਇਸੇ ਪ੍ਰਕਾਰ ਅੰਤਰਜਾਮੀ ਸਾਰੀ ਸ੍ਰਿਸ਼ਟੀ ਦੀ ਰਚਨਾ ਜੋ ਉਹਦੀ ਇਹ ਚੀਜ਼ਾਂ ਹੀ ਉਹਦੀਆਂ ਆਪਣੀ ਇੱਛਾ ਰੂਪੀ ਝੋਲੀ 'ਚ ਪਾ ਲੈਂਦਾ ਹੈ। ਕੇਵਲ ਇੱਕ ਪਰਮਾਤਮਾ ਹੀ ਰਹਿ ਜਾਂਦਾ ਹੈ, ਉਸ ਤੋਂ ਬਗੈਰ ਹੋਰ ਕੋਈ ਦੂਸਰਾ ਨਹੀਂ ਹੁੰਦਾ। ਇਹ ਮਹਾਪਰਲੋਂ ਕਹੀਦੀ ਹੈ। ਇਸ ਤਰ੍ਹਾਂ ਇਹ ਕਰਤੇ ਪੁਰਖ ਨੇ ਮਨੁੱਖਾਂ ਦੀਆਂ ਉਮਰਾਂ ਲਿਖੀਆਂ ਨੇ, ਜਿੰਨੀਆਂ ਕਲਯੁਗ ਦੇ 100 ਵਰ੍ਹੇ ਦੀ ਲਿਖੀ ਹੈ, ਸਤਯੁਗ ਦੇ 1,00,000 ਵਰ੍ਹੇ ਦੀ ਸੀ, ਤ੍ਰੇਤੇ 'ਚ 10,000 ਵਰ੍ਹੇ ਦੀ, ਦੁਆਪਰ 'ਚ 1000 ਵਰ੍ਹੇ ਦੀ, ਕਲਯੁਗ 100 ਵਰ੍ਹੇ ਦੀ। ਇਸੇ ਤਰ੍ਹਾਂ ਜਿਵੇਂ ਜੀਵਾਂ ਦੀਆਂ ਉਮਰਾਂ ਲਿਖੀਆਂ ਹੋਈਆਂ ਨੇ, ਉਸੇ ਤਰ੍ਹਾਂ ਬ੍ਰਹਮਾ ਆਦਿਕ ਦੇਵਤਿਆਂ ਦੀਆਂ ਉਮਰਾਂ ਵੀ ਲਿਖੀਆਂ ਹੋਈਆਂ ਨੇ। ਬ੍ਰਹਮਾ ਜੂ ਕੇ ਜਨਮ ਤੇ ਪ੍ਰਗਟ ਹੋਏ ਸੰਸਾਰ, ਮਹਾਪਰਲੋਂ ਹੋਵੇ ਮਰਨ ਤੇ, ਏਤੇ ਬਾਤ ਨਿਰਧਾਰ। ਅਧਿਆਤਮ ਪ੍ਰਕਾਸ਼ ਵਿੱਚ ਐਸਾ ਲਿਖਿਆ। ਬ੍ਰਹਮਾ ਦੇ ਇੱਕ ਦਿਨ ਵਿੱਚ, ਉਹਦੇ ਦਿਨ ਨੂੰ ਇੱਕ ਕਲਪ ਵੀ ਕਹਿੰਦੇ ਆ। ਬ੍ਰਹਮਾ ਦੇ ਇੱਕ ਦਿਨ 14 ਇੰਦਰ ਰਾਜ ਕਰਕੇ ਸਮਾਪਤ ਹੋ ਜਾਂਦੇ ਨੇ। 14 ਇੰਦਰ ਵਿਨਾਸ਼ ਕਾਲ, ਬ੍ਰਹਮੇ ਦਾ ਇੱਕ ਦਿਵਸ ਵਿਹਾਵੈ, ਧੰਦੇ ਹੀ ਬ੍ਰਹਮਾ ਮਰੈ, ਲੋਮਸ ਦਾ ਇੱਕ ਰੋਮ ਛਿਜਾਵੈ। ਇਹ ਭਾਈ ਗੁਰਦਾਸ ਸਾਹਿਬ ਨੇ ਲਿਖਿਆ। ਤੇ ਅਧਿਆਤਮ ਪ੍ਰਕਾਸ਼ ਅੱਗੇ ਹੁੰਦਾ, ਬ੍ਰਹਮਾ ਹੀ ਕੇ ਦਿਵਸ ਕੋ ਕਲਪ ਕਹੈ ਸਭ ਧਾਤ, ਜਾਹ ਮਹਿ 14 ਇੰਦਰ ਹੋਵੇ, ਰਾਜ ਕਰਤ ਮਿਟ ਜਾਤ। ਕਿਉਂਕਿ ਪ੍ਰਮਾਣਾਂ ਦੇ ਸਹਿਤ ਜਿਹੜੀ ਗੱਲ ਹੈ ਫਿਰ ਉਹ ਚੰਗੀ ਹੁੰਦੀ ਹੈ। ਇਉਂ ਪੰਜ ਤੱਤ, ਨਾ ਤਾਂ ਪੰਜ ਤੱਤ ਰਹੇ, ਨਾ ਸੂਖਮ ਤੱਤ ਰਹੇ, ਨਾ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਰਹੇ। ਉਹਨੂੰ ਫਿਰ ਕਹਿੰਦੇ ਨੇ ਮਹਾਪਰਲੋਂ। ਬ੍ਰਹਮਾ ਵਿਸ਼ਨ ਮਹੇਸ਼ ਨਾ ਕੋਈ, ਅਵਰਨ ਦਿਸੈ ਏਕੋ ਸੋਈ। ਇੱਕ ਵਾਹਿਗੁਰੂ ਹੈ। ਫਿਰ ਓਪਤ ਪਰਲੋਂ ਪ੍ਰਭ ਤੇ ਹੋਵੇ, ਇਹ ਵਿਚਾਰੀ ਹਰਜ ਨਹੀਂ। ਜਿਹੜੀ ਹੈਗੀ ਗਿਆਨ ਪਰਲੋਂ, ਜਿਸ ਅਵਿਦਿਆ ਕਰਕੇ ਸਾਰਾ ਸੰਸਾਰ ਬਣਿਆ ਹੋਇਆ ਨਜ਼ਰ ਆ ਰਿਹਾ ਹੈ, ਸਾਰੇ ਬ੍ਰਹਮ ਗਿਆਨ ਕਰਕੇ ਪਰਲੋਂ ਹੋ ਜਾਂਦੀ ਹੈ। ਕੇਵਲ ਇੱਕ ਬ੍ਰਹਮ ਦੇਖਦਾ, ਅਦਵੈਤ ਸਰੂਪ ਨੂੰ ਦੇਖਦਾ, ਉਹਨੂੰ ਗਿਆਨ ਪਰਲੋਂ ਕਹਿੰਦੇ ਨੇ। ਇਹ ਪੰਜਵੀਂ ਕਿਸਮ ਦੀ ਹੈ। ਸਿੱਖਾਂ ਨੇ ਪੁੱਛਿਆ, ਮਹਾਰਾਜ ਉਦੋਂ ਆਕਾਰ ਤਾਂ ਰਹਿੰਦੇ ਹੋਣਗੇ, ਤਾਂ ਗੁਰੂ ਸਾਹਿਬ ਜੀ ਉੱਤਰ ਵਿੱਚ ਅਸ਼ਟਪਦੀ ਵਿੱਚ ਦੱਸਦੇ ਹਨ। ਹੁਣ ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ। ਇਹ ਭਾਈ ਜਦੋਂ ਮਹਾਪਰਲੋਂ ਆਉਂਦੀ ਆ, ਉਦੋਂ ਜਿੰਨਾ ਵੀ ਸ੍ਰਿਸ਼ਟੀ ਦਾ ਪਸਾਰਾ ਦਿਸਣ ਵਾਲਾ ਆ ਰਿਹਾ ਨਾ,
ਤਾਂ ਫਿਰ ਮਹਾਂਪਰਲੋਂ ਜਦੋਂ ਆਉਂਦੀ ਹੈ ਉਸ ਵੇਲੇ ਤਾਂ ਕੁਝ ਵੀ ਨਹੀਂ ਹੁੰਦਾ। ਜੋ ਦਿਸ ਰਿਹਾ ਹੈ, ਜਿੰਨੀ ਸ੍ਰਿਸ਼ਟੀ ਦਾ ਆਕਾਰ ਹੈ, ਇਹ ਮਹਾਰਾਜ ਸਾਹਿਬ ਕਹਿੰਦੇ ਇਹੋ ਕੱਛ ਨਾ ਦ੍ਰਿਸ਼ਟੇਤਾ, ਕੁਝ ਵੀ ਨਜ਼ਰ ਨਹੀਂ ਆਉਂਦਾ ਹੈ। ਫਿਰ ਇਹ ਤਾਂ ਸਾਰਾ ਖਤਮ ਹੋ ਜਾਂਦਾ ਹੈ। ਹੇ ਮਹਾਰਾਜ, ਵੀ ਪਾਪ ਪੁੰਨ ਜਿਹੜੇ ਨੇ ਇਹ ਹੁੰਦੇ ਹੋਣਗੇ। ਮਹਾਰਾਜ ਦਾ ਉੱਤਰ ਦਿੰਦੇ ਨੇ, ਪਾਪ ਪੁੰਨ ਤਬ ਕਹਤੇ ਹੋਤਾ। ਤੇ ਉਸ ਵੇਲੇ ਮਹਾਰਾਜ ਕਹਿੰਦੇ ਤਦੋਂ ਪਾਪ ਪੁੰਨ ਕਹਿ ਕਿਸ ਤੇ ਹੋਤਾ ਹੁੰਦੇ ਸਨ। ਭਾਵ ਕੀ ਹੈ ਵੀ ਪਾਪ ਪੁੰਨ ਦਾ ਕੁਝ ਵੀ ਵਿਵਹਾਰ ਹੀ ਨਹੀਂ ਸੀ। ਸ੍ਰਿਸ਼ਟੀ ਦਾ ਆਕਾਰ ਕਰਕੇ ਪਾਪ ਪੁੰਨ ਹੋਣਗੇ। ਇਹਦੇ ਚ ਮਿਸ਼ਰਤ ਪਾਪ ਤੇ ਪੁੰਨ ਦੋਨਾਂ ਦੇ ਮਿਲਣ ਕਰਕੇ ਹੀ ਦੇਹਾਂ ਬਣਦੀਆਂ ਹਨ। ਇਸ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋ ਹੀ ਮਿਲ ਕੇ ਸ੍ਰਿਸ਼ਟੋ ਪਾਈ। ਜਦੋਂ ਸ੍ਰਿਸ਼ਟੀ ਨਹੀਂ ਜੀ, ਪਾਪ ਪੁੰਨ ਕਿੱਥੇ ਹੋਣਗੇ? ਇਹ ਮਿਸ਼ਰਤ ਬਣੀ ਹੁੰਦੇ। ਜਿਹੜਾ ਦਿਸਣ ਵਿੱਚ ਆ ਰਿਹਾ ਹੈ ਉਹ ਕੋਈ ਆਕਾਰ ਹੀ ਨਹੀਂ ਹੈ। ਉਦੋਂ ਸਾਧ ਸੰਗਤ ਜੀ ਗਿਆਨ ਦੀ ਪਰਲੋਂ ਜਾਂ ਮਹਾਂਪਰਲੋਂ ਕਰਤਾਰ ਨੇ ਰਚਨਾ ਕੀਤੀ ਹੈ। ਉਦੋਂ ਪਾਪ ਤੇ ਪੁੰਨ ਕਿਸ ਪਾਸੋਂ ਹੋ ਸਕਦੇ ਸੀ? ਇਹ ਸਰੀਰ ਕਰਕੇ ਸੰਭਵ ਹੋਣੇ ਸੀ। ਉਹ ਤਾਂ ਸਰੀਰ ਹੀ ਨਹੀਂ ਹੈ। ਤੇ ਫਿਰ ਮਹਾਰਾਜ ਨੂੰ ਪੁੱਛਿਆ, ਮਹਾਰਾਜ ਉਦੋਂ ਬੈਰ ਵਿਰੋਧ ਇਹ ਹੈਗੇ ਹੁੰਦੇ ਸੀ ਉਸ ਵੇਲੇ? ਜਿਵੇਂ ਬੱਚੇ ਪ੍ਰਸ਼ਨ ਕਰਦੇ ਆ ਮਾਂ ਪਿਓ ਨੂੰ, ਇਉਂ ਸਿੱਖ ਪ੍ਰਸ਼ਨ ਕਰਦੇ। ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ, ਜਬ ਧਾਰੀ ਆਪਨ ਸੁਨ ਸਮਾਦ। ਜਦੋਂ ਪਰਮੇਸ਼ਰ ਨੇ ਅਫੁਰ ਸਮਾਧੀ ਉਹ ਧਾਰਨ ਕਰ ਲਈ ਹੈ, ਜਾਂ ਸਰਗੁਣ ਸਰੂਪ ਦੇ ਚ ਆਪਣੇ ਨਿਰਗੁਣ ਸਰੂਪ ਜਿਹੜਾ ਉਹਦਾ ਦੋਨੇ ਆਪਣੀ ਸਰੂਪ ਨੇ, ਅਫੁਰ ਰੂਪ ਸਮਾਧੀ ਧਾਰ ਕੇ ਏਕਤਾ ਪਾਈ ਹੋਈ ਸੀ। ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਤਦੋਂ ਬੈਰ ਨਵੀਨ ਹੁੰਦਾ ਸਤਰਤਾ। ਤੇ ਇਸੇ ਤਰ੍ਹਾਂ ਜਿਹੜਾ ਬੈਰ ਅਨਾਦਿ ਕਾਲ ਦਾ, ਵਿਰੋਧ ਜਿਹੜਾ ਸਾਧ ਸੰਗਤ ਜੀ ਉਹ ਅਲਪ ਸਮੇਂ ਦਾ ਹੁੰਦਾ ਹੈ। ਦੁਸ਼ਮਣੀ ਜਿਹੜੀ ਹੈ ਬੈਰ ਅਨਾਦਿ ਕਾਲ ਦਾ ਹੁੰਦਾ ਹੈ। ਉਦੋਂ ਦੁਸ਼ਮਣੀ ਕੌਣ ਸੀ? ਕੌਣ ਕਮਾਦ ਕਰਨ ਵਾਲਾ ਸੀ? ਭਾਵ ਕੋਈ ਨਹੀਂ ਸੀ। ਅਨਾਦਿ ਕਾਲ ਦਾ ਵੈਰ ਅਤੇ ਅਲਪ ਕਾਲ ਦਾ ਵਿਰੋਧ, ਕੋਈ ਕਿਸੇ ਦੇ ਨਾਲ ਕਮਾਉਣ ਵਾਲਾ ਨਹੀਂ ਸੀ। ਫਿਰ ਮਹਾਰਾਜ ਹਰਖ ਸੋਗ ਉਦੋਂ ਹੁੰਦੇ ਹੋਣਗੇ। ਤੇ ਮਹਾਰਾਜ ਸਾਹਿਬ ਜੀ ਹੁਣ ਇਸ ਦਾ ਉੱਤਰ ਦਿੰਦੇ ਨੇ, ਜਬ ਇਸ ਕਾ ਵਰਨ ਚਿਹਨ ਨਾ ਜਾਪਤ। ਜਦੋਂ ਸੰਸਾਰ ਦਾ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਆਦ ਇਹ ਵਰਨ ਅਤੇ ਚਿਹਨ ਜਿਹੜੇ ਨੇ, ਵਰਨ ਰੰਗ ਨੂੰ ਵੀ ਕਹਿੰਦੇ ਆ, ਚਿਹਨ ਚਿੰਨ ਕੰਠੀ ਮਾਲਾ ਰੁਦਰਾਖ ਮਾਲਾ ਆਦ ਜਾਪਤ ਜਾਣਿਆ ਨਹੀਂ ਜਾਂਦਾ ਸੀ। ਤਬ ਹਰਖ ਸੋਗ ਕਹੋ ਕਿਸ ਹੈ ਵਿਆਪਤ। ਤੇ ਮਹਾਰਾਜ ਨੂੰ ਪੁੱਛਿਆ, ਮਹਾਰਾਜ ਫਿਰ ਹਰਖ ਸੋਗ ਖੁਸ਼ੀ ਗਮੀ ਹੁੰਦੀ ਹੈ? ਮਹਾਰਾਜ ਕਹਿੰਦੇ ਭਾਈ ਫਿਰ ਉੱਥੇ ਉਸ ਵੇਲੇ ਫਿਰ ਦੱਸੋ ਕਿਸ ਨੂੰ ਹਰਖ ਖੁਸ਼ੀ ਤੇ ਸੋਗ ਗਮ ਵਿਆਪਤ ਵਿਆਪਦਾ ਸੀ? ਭਾਵ ਇਹ ਵੀ ਨਹੀਂ ਸਨ। ਜਬ ਆਪਨ ਆਪ ਪਾਰ ਬ੍ਰਹਮ। ਜਦੋਂ ਆਪਣਾ ਆਪ ਪਾਰ ਬ੍ਰਹਮ, ਪਾਪਾਂ ਪੁੰਨਾਂ ਤੋਂ ਜੋ ਪਰੇ ਹੈ, ਬ੍ਰਹਮ ਵਿਆਪਕ ਪਰਮੇਸ਼ਰ ਸੀ। ਜੀਵ ਈਸ ਦੇ ਭੇਦ ਤੋਂ ਰਹਿਤ ਪਰਮੇਸ਼ਰ ਆਪ ਹੀ ਸੀ। ਤਬ ਮੋਹ ਕਹਾ ਕਿਸ ਹੋਵਤ ਭਰਮ। ਪਰ ਉੱਥੇ ਮੋਹ ਆਦਿ ਵੀ ਭਾਈ ਕਿੱਥੇ ਹੋਣੇ ਸੀ? ਨਾ ਭਰਮ ਰਿਹਾ ਨਾ ਮੋਹ ਰਹੇ। ਇਹ ਕੁਝ ਵੀ ਨਹੀਂ ਹੈ। ਕਿਸ ਨੂੰ ਭਰਮ ਹੋਣਾ ਸੀ? ਜਿਹੜਾ ਜੀਵਾਂ ਨੂੰ ਹੋ ਰਿਹਾ ਹੈ। ਜਦੋਂ ਆਕਾਰ ਹੀ ਨਹੀਂ, ਸ੍ਰਿਸ਼ਟੀ ਨਹੀਂ, ਜੀਵ ਨਹੀਂ ਹੈ। ਆਪਨ ਖੇਲ ਆਪ ਵਰਤੀਜਾ। ਉਹ ਵਾਹਿਗੁਰੂ ਪਰਮੇਸ਼ਰ ਆਪਣਾ ਸੰਸਾਰ ਰੂਪੀ ਖੇਲ ਤਮਾਸ਼ਾ ਆਪ ਹੀ ਵਰਤੀਜਾ ਵਰਤਾਉਣਾ ਕੀਤਾ ਸੀ। ਉਸ ਵੇਲੇ ਕੀਆ ਖੇਲ ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ। ਸਤਿਗੁਰੂ ਜੀ ਕਥਨ ਕਰਦੇ, ਮਹਾਂਪਰਲੋਂ ਕਰਨ ਵਾਲਾ ਵੀ ਆਪ ਹੀ ਹੈ। ਨਾਨਕ ਬੋਲਿਓ, ਨਾਨਕ ਕਰਨੈ ਹਾਰ ਨਾ ਦੂਜਾ। ਮਹਾਰਾਜ ਕਹਿੰਦੇ ਮਹਾਂਪਰਲੋਂ ਕਰਨ ਵਾਲਾ ਹੋਰ ਕੋਈ ਦੂਜਾ ਨਹੀਂ ਹੈ, ਦੂਸਰਾ ਨਹੀਂ ਹੈ, ਆਪ ਹੀ ਹੈ। ਆਪ ਹੀ ਕਰ ਰਿਹਾ ਸਭ। ਸਿੱਖਾਂ ਨੇ ਪ੍ਰਸ਼ਨ ਕੀਤਾ ਉਦੋਂ ਬੰਧਨ ਕਿਹੋ ਜਿਹੇ ਹੋਣਗੇ? ਮਹਾਰਾਜ ਉੱਤਰ ਦਿੰਦੇ ਨੇ, ਜਬ ਹੋਵਤ ਪ੍ਰਭ ਕੇਵਲ ਧਨੇ। ਜਦੋਂ ਕੇਵਲ ਨਿਰੋਲ ਸਿਰਫ ਇੱਕ ਪ੍ਰਭੂ ਪਰਮੇਸ਼ਰ ਵਾਹਿਗੁਰੂ, ਪ੍ਰਭ ਵਾਹਿਗੁਰੂ ਦਾ ਵਾਚਕ ਸ਼ਬਦ ਹੈ ਪਰਮੇਸ਼ਰ, ਆਪ ਹੀ ਧਨੀ ਮਾਲਕ ਹੁੰਦਾ ਸੀ। ਜਦੋਂ ਇਹ ਸ੍ਰਿਸ਼ਟੀ ਤੋਂ ਆਦਿ ਕਾਲ ਦੀ ਗੱਲ ਕਰ ਰਿਹਾ, ਜਦੋਂ ਮਹਾਂਪਰਲੋ ਹੋ ਗਈ, ਜਦੋਂ ਪ੍ਰਪੰਚ ਰੂਪੀ ਜਿਹੜੀ ਮੈਲ ਹੀ ਨਹੀਂ ਸੀ ਉਹ ਆਪ ਹੀ ਹੈ, ਦੂਸਰਾ ਹੋਰ ਹੈ ਹੀ ਨਹੀਂ, ਤਾਂ ਫਿਰ ਮੈਲ ਤੋਂ ਰਹਿਤ
ਤਾਂ ਫਿਰ ਉਸ ਵੇਲੇ ਮੈਲ ਤੋਂ ਰਹਿ ਸੁੱਧ ਸਰੂਪ ਪ੍ਰਭੂ ਆਪ ਹੀ ਵਾਹਿਗੁਰੂ ਹੈ, ਧਨੀ ਮਾਲਕ ਹੁੰਦਾ ਸੀ। ਤਬ ਬੰਧ ਮੁਕਤ ਕਹੋ ਕਿਸ ਕੋ ਗਨੇ। ਤਾਂ ਪੁੱਛਿਆ ਜੀ ਉਸ ਵੇਲੇ ਬੰਧਨ ਕਿਸੇ ਨੂੰ ਹੋਣਗੇ ਤਾਂ ਮਹਾਰਾਜ ਕਹਿੰਦੇ ਉਸ ਵੇਲੇ ਦੱਸੋ ਜਦੋਂ ਪਾਪ ਕਰਕੇ ਬੰਧ ਬੰਨਣ ਤੇ ਗਿਆਨ ਕਰਕੇ ਮੁਕਤੀ ਪ੍ਰਾਪਤ ਹੋਣੀ, ਇਹ ਕਿਸ ਨੂੰ ਗਿਣੀ ਦੀ ਆ ਫਿਰ, ਜਦੋਂ ਹੈ ਹੀ ਨਹੀਂ ਸੀ। ਇਹ ਪ੍ਰਸ਼ਨ ਕੀਤਾ ਸਿੱਖਾਂ ਨੇ। ਉਦੋਂ ਨਰਕ ਸੁਰਗ ਇਹ ਮਹਾਰਾਜ ਹੁੰਦੇ ਹੋਣਗੇ ਤੇ ਮਹਾਰਾਜ ਉੱਤਰ ਦਿੰਦੇ ਨੇ, ਜਬ ਇੱਕ ਹੈ ਹਰ ਅਗਮ ਅਪਾਰ। ਜਦੋਂ ਇੱਕੋ ਹਰੀ ਪਰਮੇਸ਼ਰ ਵਾਹਿਗੁਰੂ ਮਨ ਦੀ ਗਮਤਾ ਤੋਂ ਪਰੇ ਹੈ, ਜਿਹੜਾ ਮਨ ਦੀ ਪਹੁੰਚ ਨਹੀਂ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੋਣ ਕਰਕੇ ਉਸ ਨੂੰ ਅਪਾਰ ਕਿਹਾ ਹੈ, ਉਹਦਾ ਪਾਰ ਉਰਾਰ ਨਹੀਂ ਹੈ। ਤਬ ਨਰਕ ਸੁਰਗ ਕਹ ਕੌਣ ਅਵਤਾਰ। ਜਦੋਂ ਅਖੰਡ ਸਰੂਪ ਵਾਹਿਗੁਰੂ ਆਪ ਹੀ ਹੈ, ਤਦੋਂ ਫਿਰ ਦੱਸੋ ਨਰਕ ਸੁਰਗ ਇਹਦੇ ਵਿੱਚ ਕੌਣ ਹੈ ਜਿਹੜਾ ਅਵਤਾਰ ਉਤਰਦਾ ਸੀ? ਜੀਵੇ ਨਹੀਂ ਸੀ ਉਸ ਵੇਲੇ, ਇਸ ਕਰਕੇ ਫਿਰ ਕੋਈ ਨਹੀਂ ਹੈ। ਪ੍ਰਸ਼ਨ ਕੀਤਾ ਮਹਾਰਾਜ ਸ਼ਿਵ ਤੇ ਸ਼ਕਤੀ ਇਹ ਤਾਂ ਹੁੰਦੀ ਹੋਵੇਗੀ। ਗੁਰੂ ਸਾਹਿਬ ਫਿਰ ਇਹਦਾ ਵੀ ਉੱਤਰ ਦਿੰਦੇ ਨੇ, ਜਬ ਨਿਰਗੁਣ ਪ੍ਰਭ ਸਹਿਜ ਸੁਭਾਏ। ਜਦੋਂ ਨਿਰਗੁਣ ਪ੍ਰਭੂ ਵਾਹਿਗੁਰੂ ਪਰਮੇਸ਼ਰ ਸਹਿਜ ਸੁਤੇ ਸਿੱਧ ਸੁਭਾਵ ਕੀ ਆਪਣੇ ਆਪ ਵਿੱਚ ਪ੍ਰਕਾਸ਼ਵਾਨ ਸੀ, ਤਾਂ ਫਿਰ ਭਾਵ ਜਿਸ ਵੇਲੇ ਨਿਰਗੁਣ ਬ੍ਰਹਮ ਉਹ ਸ਼ਾਂਤੀ ਸੁਭਾਵ ਅਵਸਥਾ ਵਿੱਚ ਸਥਿਤ ਸੀ, ਉਹ ਵਾਹਿਗੁਰੂ ਆਪ ਹੈ। ਤਬ ਸਿਵ ਸਕਤ ਕਹੋ ਕਿਤ ਠਾਏ। ਤਬ ਦਾ ਅਰਥ ਤਦੋਂ ਦੱਸਣਾ ਕਰੋ। ਸਿਵ ਸਕਤ ਈਸ਼ਵਰ ਤੇ ਮਾਇਆ ਕਿਤ ਕਿਸ ਥਾਂ ਹੋਣੀ ਸੀ। ਭਾਵ ਇਹ ਹੈ ਤਦੋਂ ਦੱਸਣਾ ਕਰੋ। ਸ਼ਿਵ ਜੀ ਤੇ ਸਖਤ ਪਾਰਵਤੀ ਦੀ ਪੂਜਾ ਕਿਸ ਥਾਂ ਤੇ ਹੋਣੀ ਸੀ, ਇਹ ਹੈ ਹੀ ਨਹੀਂ ਸੀ ਜਦੋਂ। ਤੇ ਇਸ ਕਰਕੇ ਉੱਥੇ ਨਾ ਸ਼ਿਵ ਜੀ ਪੈਦਾ ਹੋਇਆ ਸੀ ਤੇ ਨਾ ਸ਼ਕਤ ਪਾਰਵਤੀ ਪੈਦਾ ਹੋਈ ਸੀ। ਪੂਜਾ ਕਿਸ ਦੀ ਹੋਣੀ ਸੀ ਫਿਰ? ਤੇ ਇਸ ਕਰਕੇ ਤਬ ਸਿੱਖ ਸ਼ਬਦ ਦੁਆਰੇ ਬੋਲੇ ਜੀ, ਤਬ ਸਿਵ ਸਕਤ ਕਹੋ ਕਿਤ ਠਾਏ। ਤੇ ਉੱਥੇ ਫਿਰ ਕਿਸ ਥਾਂ ਤੇ ਸ਼ਿਵ ਜੀ ਜਿਹੜਾ ਸ਼ਿਵ ਤੋਂ ਸਤੋ ਗੁਣ, ਸਖਤ ਤਮੋ ਗੁਣ, ਰਜੋ ਗੁਣ, ਇਹ ਤੇ ਆਦਿ ਕੇ ਇਹਦੀ ਵਿਚਾਰ ਨਹੀਂ ਸੀ। ਉਦੋਂ ਇਹਨਾਂ ਦੇ ਕਿਹੜੇ ਥਾਂ ਰਹਿਣਾ ਸੀ? ਜਿਹੜਾ ਇਸਤਰੀ ਪੁਰਖ ਦਾ ਦੁੰਦਬਾਦ ਹੈ, ਇਹ ਦੱਸੋ ਫਿਰ ਕਿੱਥੇ ਹੋਣਾ ਸੀ? ਜਬ ਆਪ ਹੈ ਆਪ ਆਪਣੀ ਜੋਤ ਧਰੈ। ਜਦੋਂ ਵਾਹਿਗੁਰੂ ਆਪਣੇ ਆਪ ਵਿੱਚ ਆਪਣੀ ਚੇਤਨ ਸੱਤਾ ਰੂਪ ਜੋਤ ਨੂੰ ਧਰੈ ਧਾਰਨ ਕਰੀ ਬੈਠਾ ਸੀ, ਭਾਵ ਸਵਯੰ ਪ੍ਰਕਾਸ਼ ਰੂਪ ਸੀ। ਤਬ ਕਵਨ ਨਿਡਰ ਕਵਨ ਕਤ ਡਰੈ। ਉਦੋਂ ਫਿਰ ਕਵਨ ਕੌਣ ਹੈ? ਨਿਡਰ ਕਹਿੰਦੇ ਨੇ ਭੈ ਤੋਂ ਰਹਿਤ, ਇਹਨੂੰ ਭਾਈ ਨਿਡਰ ਕਹਿਣਾ ਹੈ, ਇਸ ਤਰ੍ਹਾਂ ਹੀ ਉਚਾਰਨ ਕਰਨਾ ਹੈ। ਭਾਵੇਂ ਨਿਡਰ ਜਿਹੜਾ ਹੈ ਉਹ ਵੀ ਏਸੇ ਦਾ ਵਾਚਕ ਹੈ, ਪਰ ਇਹ ਸੰਪਰਦਾ 'ਚ ਏਸੇ ਨੂੰ ਸੁੱਧ ਮੰਨਿਆ ਵੀ ਨਿਡਰ ਕਹਿਣਾ ਹੈ। ਕੌਣ ਨਿਡਰ ਭੈ ਤੋਂ ਰਹਿਤ, ਕੌਣ ਹੈ ਕਦ ਕਿਸੇ ਪਾਸੋਂ ਜਿਹੜਾ ਡਰਦਾ ਸੀ। ਤਬ ਕਵਨ ਨਿਡਰ ਕਵਨ ਕਤ ਡਰੈ। ਕੌਣ ਡਰੇ ਡਰ ਕਿਸ ਕਾ ਹੋਏ? ਉਸ ਵੇਲੇ ਦੁੰਦਵਾਦ ਨਹੀਂ ਸੀ। ਆਪਨ ਚਲਤ ਆਪ ਕਰਨਾ ਹਾਰ। ਆਪਣੇ ਚਲਤ ਕੌਤਕਾਂ ਨੂੰ ਪਰਮੇਸ਼ਰ ਆਪ ਹੀ ਕਰਨ ਵਾਲਾ ਹੈ, ਉਸ ਵੇਲੇ ਹੋਰ ਕੋਈ ਨਹੀਂ ਸੀ। ਨਾਨਕ ਠਾਕੁਰ ਅਗਮ ਅਪਾਰ। ਸਤਿਗੁਰੂ ਜੀ ਕਥਨ ਕਰਦੇ ਨੇ, ਉਹ ਠਾਕੁਰ ਪਰਮੇਸ਼ਰ ਅਗਮ ਮਨ ਦੀ ਗਮਤਾ ਤੋਂ ਪਰੇ, ਪ੍ਰਕਿਰਤੀ ਦੇ ਅਪਾਰ ਪਾਰਾਵਾਰ ਤੋਂ ਰਹਿਤ ਹੈ। ਐਸਾ ਉਹਦੀ ਖੇਡ ਹੈ। ਅਬਨਾਸੀ ਸੁਖ ਆਪਨ ਆਸਨ। ਜਿਹੜਾ ਅਬਨਾਸੀ ਨਾਸ ਤੋਂ ਰਹਿਤ ਸੁਖ ਹੈ, ਉਹ ਪਰਮੇਸ਼ਰ ਆਪਣੇ ਸਰੂਪ ਵਿੱਚ ਆਸਨ ਸਥਿਤ ਸੀ। ਅਬਨਾਸੀ ਨਾਸ ਤੋਂ ਰਹਿਤ ਹੈ ਨਾ ਵਾਹਿਗੁਰੂ, ਜਾਂ ਫਿਰ ਇਉਂ ਕਹੋ ਵੀ ਆਪਣੇ ਆਪ ਵਿੱਚ ਅਧਿਸ਼ਠਾਨ ਰੂਪ ਸੀ। ਉਹ ਉੱਥੇ ਅਬਨਾਸੀ ਨਾਸ ਤੋਂ ਰਹਿਤ ਸੁਖ ਆਨੰਦ ਵਿੱਚ ਆਪਣੇ ਆਪ ਆਸਣ ਤੇ ਸਥਿਤ ਸੀ। ਉਹ ਐਸਾ ਪਰਮੇਸ਼ਰ ਵਾਹਿਗੁਰੂ। ਇਹ ਸਿੱਖਾਂ ਨੇ ਪ੍ਰਸ਼ਨ ਕੀਤਾ, ਉਦੋਂ ਜੰਮਣ ਮਰਨ ਦਾ ਮਸਲਾ ਹੋਵੇਗਾ ਮਹਾਰਾਜ? ਇਹਦਾ ਉੱਤਰ ਦਿੰਦੇ ਨੇ, ਤਹ ਜਨਮ ਮਰਨ ਕਹੋ ਕਹਾ ਬਿਨਾਸਨ। ਤਹ ਉੱਥੇ ਕਹੋ ਦੱਸੋ ਜੰਮਣ ਮਰਨ ਵਿੱਚ ਕੋਈ ਕਹਾਂ ਕਿੱਥੇ ਬਿਨਾਸਨ ਨਾਸ ਹੁੰਦਾ ਸੀ? ਕੌਣ ਜੰਮਦਾ ਸੀ, ਕੌਣ ਮਰਦਾ ਸੀ? ਜੰਮਣਾ ਮਰਨਾ ਤੇ ਵਿਨਾਸ਼ ਹੋਣਾ ਕਹਾਂ ਕਿਸ ਦਾ ਹੋ ਸਕਦਾ ਸੀ? ਫਿਰ
ਉਥੇ ਇਹ ਵੀ ਦੁੰਦਵਾਦ ਨਹੀਂ ਹੈ। ਜਬ ਪੂਰਨ ਕਰਤਾ ਪ੍ਰਭ ਸੋਏ। ਜਦੋਂ ਹਰੀ ਪਰਮੇਸ਼ਰ ਵਾਹਿਗੁਰੂ ਸ੍ਰਿਸ਼ਟੀ ਦੇ ਰਚਣ ਵਾਲਾ, ਉਹ ਐਸਾ ਵਾਹਿਗੁਰੂ, ਉਹ ਆਪਣੀ ਕੀਰਤੀ ਦੇ ਕਰਤਾ, ਆਪ ਹੀ ਆਪਣੀ ਕੀਰਤੀ ਵਿੱਚ ਆਪ ਹੀ ਪੂਰਨ ਸੀ। ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਸਿੱਖਾਂ ਨੇ ਪੁੱਛਿਆ ਵੀ ਮਹਾਰਾਜ ਜਮਾਂ ਦਾ ਡਰ, ਕਹਿੰਦੇ ਜਮਾਂ ਦਾ ਡਰ ਜਮ ਹੈ ਹੀ ਨਹੀਂ ਸੀ, ਡਰ ਕਿਹਨੂੰ ਹੋਣਾ ਸੀ ਫਿਰ? ਜਮਾਂ ਦੀ ਤਰਾਸ ਖੌਫਤਾਈ ਕਿਸ ਨੂੰ ਹੁੰਦੀ ਹੈ? ਭਾਵ ਇਹ ਵੀ ਨਹੀਂ ਹੈ ਦੁੰਦਵਾਦ। ਜਬ ਅਵਗਤ ਅਗੋਚਰ ਪ੍ਰਭ ਏਕਾ। ਇਹ ਸਿੱਖਾਂ ਨੇ ਪ੍ਰਸ਼ਨ ਕੀਤਾ, ਮਹਾਰਾਜ ਚਿੱਤਰਗੁਪਤ ਹਿਸਾਬ ਕਿਤਾਬ ਲੈਣ ਵਾਲੇ ਤਾਂ ਹੋਣਗੇ ਫਿਰ। ਗੁਰੂ ਸਾਹਿਬ ਕਹਿੰਦੇ ਜਦੋਂ ਅਵਗਤ ਗਤੀ ਤੋਂ ਰਹਿਤ ਪਰਮੇਸ਼ਰ, ਅਵਗਤ ਪ੍ਰਾਪਤ ਰੂਪ, ਉਹ ਪਰਮੇਸ਼ਰ ਅਗੋਚਰ ਇੰਦਰੀਆਂ ਦੇ ਅਵੇਸ਼ੇ, ਇੰਦਰੀਆਂ ਦੇ ਵਿਸ਼ੇ ਨਹੀਂ ਹੈ, ਇੱਕੋ ਹੀ ਅਖੰਡ ਸਰੂਪ ਵਾਹਿਗੁਰੂ, ਉਹ ਆਪ ਹੀ ਵਾਹਿਗੁਰੂ ਸਮਰੱਥ ਸੀ। ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਚਿੱਤਰ ਗੁਪਤ ਕਿਹਦੇ ਪਾਸੋਂ ਹਿਸਾਬ ਕਿਤਾਬ ਲੈਣ ਦੇ ਪੁੱਛਦੇ, ਜਦੋਂ ਹੈ ਹੀ ਨਹੀਂ ਸੀ। ਇਹ ਵੀ ਨਹੀਂ ਸੀ ਚਿੱਤਰਗੁਪਤ ਵੀ, ਇਸ ਕਰਕੇ ਇਹ ਵੀ ਨਹੀਂ ਸੀ। ਕਿਦੋਂ ਪੁੱਛਦੇ? ਭਾਵ ਨਹੀਂ ਪੁੱਛ ਸਕਦੇ। ਜਬ ਨਾਥ ਨਿਰੰਜਨ ਅਗੋਚਰ ਅਗਾਧੇ। ਤਾਂ ਮਹਾਰਾਜ ਸਿੱਖਾਂ ਨੂੰ ਹੋਰ ਪ੍ਰਸ਼ਨ ਫੁਰਿਆ ਵੀ ਮਹਾਰਾਜ ਫਿਰ ਬੰਧਨ ਤਾਂ ਹੁੰਦੇ ਹੋਣਗੇ। ਗੁਰੂ ਸਾਹਿਬ ਕਹਿੰਦੇ ਜਬ ਨਾਥ ਨਿਰੰਜਨ ਅਗੋਚਰ ਅਗਾਧੇ। ਭਾਈ ਜਦੋਂ ਨਿਰੰਜਨ ਮਾਇਆ ਰੂਪੀ ਕਾਲਸ ਤੋਂ ਰਹਿਤ, ਮਾਇਆ ਰੂਪੀ ਸੁਰਮੇ ਤੋਂ ਰਹਿਤ, ਸੁੱਧ ਸਰੂਪ, ਅਗੋਚਰ ਇੰਦਰੀਆਂ ਦੇ ਵਿਸ਼ੇ, ਸ਼ਬਦ ਸਪਰਸ਼ ਰੂਪ ਰਸ ਗੰਧ ਤੋਂ ਰਹਿਤ, ਅਗਾਧੇ, ਜਿਹਦਾ ਗਾਦ ਨਹੀਂ, ਜਿਹਦਾ ਥੱਲਾ ਨਹੀਂ, ਅੰਤ ਨਹੀਂ, ਸਮੁੰਦਰ ਦੀ ਨਿਆਈ, ਤੇ ਉਹਦਾ ਅਗਾਧੇ ਸਮੁੰਦਰ ਦੀ ਨਿਆਈ ਡੂੰਘਾ ਨਾਥ ਸੁਆਮੀ, ਉਹ ਪਰਮੇਸ਼ਰ ਆਪ ਹੀ ਸੀ। ਜਦੋਂ ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਤਵੇ ਕੌਣ ਛੁੱਟੇ ਕਹੀਏ ਤੇ ਕੌਣ ਬੰਧਨਾਂ 'ਚ ਬੰਨੇ ਹੋਏ ਕਹੀਏ। ਭਾਵ ਇਹ ਵੀ ਦੁੰਦਵਾਦ ਨਹੀਂ ਸੀ। ਆਪਨ ਆਪ ਹੀ ਅਚਰਜਾ। ਇਹਨੂੰ ਭਾਈ ਅਚਰਜਾ ਆੜਾ ਗੇਤਰ ਕਰਕੇ ਬੋਲਣਾ। ਉਹ ਆਪ ਹੀ ਜੀਵ ਈਸ਼ ਰੂਪ ਧਾਰਨ ਕਰਨ ਵਾਲਾ, ਤੇ ਆਪ ਹੀ ਨਿਰਗੁਣ ਸਰੂਪ, ਤੇ ਆਪ ਹੀ ਅਚਰਜਾ ਅਚਰਜ ਰੂਪ ਆਤਮਾ ਸਰੂਪ ਹੈ। ਆਪਨ ਆਪ ਹੀ ਅਚਰਜਾ, ਆਪਣਾ ਆਪ ਹੀ ਉਹ ਪਿੱਛੇ ਸੀ। ਆਪਨ ਉਹਦਾ ਆਪਣਾ ਆਪ ਸਰੂਪ ਪਿੱਛੇ ਸੀ, ਤੇ ਆਪ ਹੀ ਆਪਣਾ ਆਪ ਰੂਪ ਉਹ ਹੁਣ ਹੈ, ਅਤੇ ਆਪ ਹੀ ਅਚਰਜ ਰੂਪ, ਆਪ ਹੀ ਅਚਰਜ ਰੂਪ ਅੱਗੇ ਨੂੰ ਹੋਏਗਾ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਉਹ ਵਿਸਮਾਦ ਰੂਪ ਹੋਣ ਕਰਕੇ ਐਸਾ ਉਹਨੂੰ ਅੱਗੇ ਨੂੰ ਵੀ ਅਚਰਜ ਰੂਪ ਹੋਏਗਾ। ਨਾਨਕ ਆਪਨ ਰੂਪ ਆਪ ਹੀ ਉਪਰਜਾ। ਕਿਉਂਕਿ ਅਚਰਜ ਨਾਮ, ਅਚਰਜਾ ਨਾਮ ਹੀ ਵਿਸਮਾਦ ਦਾ ਹੈ। ਸਤਿਗੁਰੂ ਜੀ ਕਥਨ ਕਰਦੇ ਨੇ ਕਿ ਪਰਮੇਸ਼ਰ ਆਪਣੇ ਆਪ ਦੇ ਸਰੂਪ ਵਿੱਚ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ। ਉਪਰਜਾ ਨਾਮ ਹੈ ਪੈਦਾ ਕਰਨ ਦਾ। ਆਪਣੇ ਰੂਪ ਤੋਂ ਆਪ ਹੀ ਮਹਾਪਰਲੋ ਨੂੰ ਉਪਰਜਾ ਉਤਪੰਨ ਕਰਦਾ ਹੈ, ਮਹਾਪਰਲੋ ਵੀ ਉਹੀ ਪੈਦਾ ਕਰਦਾ ਹੈ। ਇਸ ਕਰਕੇ ਪਰਮੇਸ਼ਰ ਦੀ ਗਤੀ ਅਗਾਧ ਹੈ। ਫਿਰ ਸਿੱਖਾਂ ਨੇ ਪ੍ਰਸ਼ਨ ਕੀਤਾ, ਉੱਥੇ ਮੈਲ ਵਾਲੇ ਤੇ ਮੈਲ ਨੂੰ ਧੋਣ ਵਾਲੇ ਨਿਰਮਲ ਸੁੱਧ, ਇਹਨਾਂ ਦਾ ਮਾਰਾ ਵਿਚਾਰ ਦੱਸੋ। ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ, ਜਹ ਨਿਰਮਲ ਪੁਰਖ ਪਤ ਹੋਤਾ। ਜਿੱਥੇ ਪਾਪਾਂ ਦੀ ਮੈਲ ਤੋਂ ਰਹਿਤ ਨਿਰਮਲ ਉਜਲ ਪੁਰਖ, ਸਾਰਿਆਂ ਦਾ ਪਤੀ ਅਕਾਲ ਪੁਰਖ ਵਾਹਿਗੁਰੂ ਆਪ ਸਥਿਤ ਹੋਤਾ ਹੁੰਦਾ ਸੀ, ਤਾਂ ਫਿਰ ਦੱਸੋ ਤਹਿ ਬਿਨ ਮੈਲ ਕਹੋ ਕਿਆ ਧੋਤਾ। ਕਹੋ ਦੱਸੋ ਤੈਂ ਉੱਥੇ ਮੈਲ ਤੋਂ ਬਿਨ ਬਗੈਰ ਨਿਰਮਲ ਕੌਣ ਹੈ, ਤੇ ਮੈਲ ਨੂੰ ਧੋਤਾ ਧੋਣ ਵਾਲਾ ਕੌਣ ਹੋ ਸਕਦਾ? ਭਾਵ ਨਹੀਂ ਹੈ, ਇਹ ਦੁੰਦਵਾਦ ਤੋਂ ਰਹਿਤ ਹੈ। ਜਹ ਨਿਰੰਜਨ ਨਿਰੰਕਾਰ ਨਿਰਵਾਨ। ਜਿੱਥੇ ਨਿਰੰਜਨ ਸੁੱਧ ਸਰੂਪ, ਮੈਕੀ ਆਕਾਰਾਂ ਤੋਂ ਰਹਿਤ ਨਿਰੰਕਾਰ, ਇਹ ਆਕਾਰਾਂ ਤੋਂ ਰਹਿਤ ਹੈ। ਨਿਰਵਾਨ ਬੰਧਨਾਂ ਤੋਂ ਰਹਿਤ ਸਰੂਪ ਸੀ। ਤਹ ਕੌਣ ਕੋ ਮਾਨ ਕੌਣ ਅਭਿਮਾਨ। ਉੱਥੇ ਮਾਨ ਅਭਿਮਾਨ ਦਾ ਵੀ ਦੁੰਦਵਾਦ ਨਹੀਂ ਹੈ। ਕਿਸ ਨੂੰ ਮਾਨ ਅਤੇ ਕਿਸ ਨੂੰ ਅਭਿਮਾਨ ਹੰਕਾਰ ਹੋਣਾ ਸੀ। ਭਾਵ ਉੱਥੇ ਕਿਸ ਦਾ ਮਾਨ ਸਤਿਕਾਰ ਕਰਨਾ ਸੀ, ਕਿਸ ਦਾ ਹੰਕਾਰ ਕਰਨਾ ਸੀ ਕਿ ਮੇਰੇ ਵਿੱਚ ਇੰਨੇ ਗੁਣ, ਮੇਰੀ ਇੰਨੀ ਵਡਿਆਈ ਹੈ। ਤੇ ਉੱਥੇ ਤਾਂ ਹਿਰਦੇ 'ਚ ਹੰਕਾਰ ਪੁਣਾ, ਤੇ ਨਾ ਹੀ ਉੱਥੇ ਮਾਨ ਸਤਿਕਾਰ ਦੀ ਭੁੱਖ ਸੀ। ਇਹ ਸਰੂਪ ਹੈ ਉਸ ਦਾ। ਜਹ ਸਰੂਪ ਕੇਵਲ ਜਗਦੀਸ਼। ਜਿੱਥੇ ਨਿਰੋਲ ਜਗ ਦਾ ਈਸ਼ਵਰ,
ਪਰਮੇਸ਼ਰ ਹਰੀ ਵਾਹਿਗੁਰੂ ਆਪ ਹੀ ਹੈ। ਤਹ ਛਲ ਛਿਦਰ ਲਗਤ ਕਹੋ ਕੀਸ। ਉਥੇ ਆ ਵੀ ਦੁੰਦਵਾਦ ਨਹੀਂ ਵੀ ਇਹਦੇ ਚ ਦੋਸ਼ ਹੈ, ਆ ਦੋਸ਼ਾਂ ਤੋਂ ਰਹਿਤ ਹੈ। ਉਥੇ ਕਹੋ ਦੱਸੋ ਕੀਸ ਕਿਸ ਦੇ, ਛਾਲ ਫਰੇਬ ਇਹ ਵੀ ਹੈ ਨਹੀਂ ਉਥੇ। ਛਿਦਰ ਦੋਸ਼ ਲੱਗਣ ਕਾ ਲਗਤ ਲੱਗਣੇ ਵੀ ਇਹਨੂੰ ਆ ਦੋਸ਼ ਲੱਗਿਆ ਵੀ ਇਹਨੇ ਚੋਰੀ ਕੀਤੀ ਹੈ, ਇਹਨੇ ਠੱਗੀ ਮਾਰੀ ਹੈ, ਉਥੇ ਇਹ ਵੀ ਨਹੀਂ ਹੈ। ਇਹ ਵੀ ਦੁੰਦਵਾਦ ਤੋਂ ਰਹਿਤ ਹੈ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ। ਜਿੱਥੇ ਜੋਤ ਸਵਯੰ ਪ੍ਰਕਾਸ਼ ਸਰੂਪੀ ਸਰੂਪ ਆਪਣੀ ਜੋਤ ਦੇ ਸੰਗ ਨਾਲ ਆਪ ਹੀ ਵਿਆਪਕ ਭਾਵ ਸਮਾਵੈ ਸਮਾ ਰਿਹਾ ਸੀ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ। ਜਿੱਥੇ ਜੋਤੀ ਸਰੂਪ ਚ ਜੀਵਾਂ ਦੀਆਂ ਸਾਰੀਆਂ ਪ੍ਰਤਕ ਜੋਤਾਂ ਉਹਦੇ ਆਨੰਦ ਸਰੂਪ ਵਿੱਚ ਮਿਲ ਕੇ ਸਮਾ ਜਾਂਦੀਆਂ ਹਨ। ਤਹ ਕਿਸਹਿ ਭੂਖ ਕਵਨ ਤ੍ਰਿਪਤਾਵੈ। ਉੱਥੇ ਨਾ ਭੁੱਖ ਤੇ ਨਾ ਰੱਜਣਾ, ਕਿਸੇ ਨੂੰ ਨਾ ਆਸ ਤੇ ਕਿਸੇ ਨੂੰ ਨਾ ਪਦਾਰਥਾਂ ਦੀ ਭੁੱਖ ਸੀ। ਕਵਨ ਕੌਣ ਤ੍ਰਿਪਤਾਵੈ, ਤ੍ਰਿਪਤੀ ਨਾ ਉੱਥੇ ਰੱਜਣਾ ਤੇ ਨਾ ਭੁੱਖਾਪਣ ਨਾ ਰੱਜਣਾ। ਇਹ ਦੁੰਦਬਾਦ ਵੀ ਨਹੀਂ ਹੈ ਸੀ। ਕਰਨ ਕਰਾਵਨ ਕਰਨੈ ਹਾਰ। ਜਿੰਨੇ ਸਾਰੇ ਜਗਤ ਦੇ ਕਰਨ, ਤਿੰਨ ਗੁਣ, ਪੰਜ ਸੂਖਮ ਤਤ ਆਦਿਕ ਮੰਨੇ ਨ, ਸਾਰਿਆਂ ਨੂੰ ਪ੍ਰੇਰ ਕੇ ਕਰਾਉਣ ਵਾਲਾ ਆਪ ਹੀ ਕਰਨੇ ਹਾਰ ਪਰਮੇਸ਼ਰ ਵਾਹਿਗੁਰੂ ਹੈ। ਵਾਹਿਗੁਰੂ ਸੇ ਨਾਨਕ ਕਰਤੇ ਕਾ ਨਾਹਿ ਸੁਮਾਰ। ਸਤਿਗੁਰੂ ਜੀ ਕਥਨ ਕਰਦੇ ਗੁਰਸਿੱਖੋ, ਇਉਂ ਉਸ ਕਰਤੇ ਪੁਰਖ ਦਾ ਸੁਮਾਰ ਗਿਣਤੀ ਨਹੀਂ ਹੋ ਸਕਦੀ। ਉਹ ਗਿਣਤੀ ਤੋਂ ਰਹਿਤ ਹੈ। ਪਰਮੇਸ਼ਰ ਵਾਹਿਗੁਰੂ ਦਾ ਐਸਾ ਸਰੂਪ ਹੈ ਜੇ ਜਬ ਆਪਣੀ ਸੋਭਾ ਆਪਨ ਸੰਗ ਬਣਾਈ। ਜਦੋਂ ਪਰਮੇਸ਼ਰ ਵਾਹਿਗੁਰੂ ਨੇ, ਪਰਮੇਸ਼ਰ ਨੇ ਆਪਣੀ ਸੋਭਾ ਵਡਿਆਈ ਸਵੈ ਮਹਿਮਾ, ਆਪਣੀ ਮਹਿਮਾ ਦੇ ਸਹਿਤ ਆਪਣੇ ਸੰਗ ਨਾਲ ਬਣਾਈ ਹੋਈ ਸੀ। ਉਸ ਵੇਲੇ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ। ਉੱਥੇ ਇਹ ਵੀ ਦੁੰਦਵਾਦ ਦੋ ਪਣਾਂ ਦਾ, ਇੱਥੇ ਇਹ ਵੀ ਦਵੈਸ਼ ਨੇ। ਕੌਣ ਮਾਏ ਮਾਤਾ ਸੀ ਕਿਸੇ ਦੀ, ਕੌਣ ਬਾਪ ਪਿਤਾ ਸੀ ਕਿਸੇ ਦਾ, ਕੌਣ ਕਿਸੇ ਦਾ ਮਿੱਤਰ ਸੀ, ਕੌਣ ਕਿਸੇ ਦਾ ਮਿੱਤਰ ਤੋਂ ਭਾਵ ਦੋਸਤ, ਤੇ ਸੁਤ ਪੁੱਤਰ ਭਾਈ ਭਰਾ। ਤੇ ਤਬ ਕਵਨ ਮਾਏ ਬਾਪ ਮਿੱਤਰ ਸੁਤ ਭਾਈ ਭਰਾ ਆਦਿਕ ਭਾਵ ਨਿਰਗੁਣ ਸਰੂਪ ਦੇ ਮਾਤਾ ਪਿਤਾ ਬਾਪ ਆਦਿਕ ਇਹ ਕਹਿਣੇ ਵੀ ਨਹੀਂ ਬਣਦੇ ਹਨ। ਜਹ ਸਰਬ ਕਲਾ ਆਪਹਿ ਪਰਵੀਨ। ਜਿੱਥੇ ਸਾਰੀਆਂ ਕਲਾ ਸ਼ਕਤੀਆਂ ਕਰਕੇ ਅੰਤਰਜਾਮੀ ਆਪਹਿ ਆਪ ਹੀ ਪ੍ਰਵੀਨ ਚਤੁਰ ਸੀ। ਉੱਥੇ ਦੱਸੋ ਤਾਂ ਸਹੀ ਫਿਰ ਇਹ ਚਾਰ ਵੇਦ, ਅੱਗੇ ਬੋਲੋ ਜੀ। ਤਹ ਵੇਦ ਕਤੇਬ ਕਹਾ ਕੋ ਚੀਨ। ਤੇ ਉੱਥੇ ਦੱਸੋ ਵੀ ਚਾਰ ਵੇਦ, ਸ਼ਾਮ ਵੇਦ, ਰਿਗ ਵੇਦ, ਯੁਜੁਰ ਵੇਦ, ਅਥਰਵਣ ਵੇਦ। ਤੇ ਇਹਨਾਂ ਨੂੰ ਚੀਨ ਜਾਣਨ ਵਾਲਾ ਕੌਣ ਸੀ? ਜਾਂ ਫਿਰ ਚਾਰੇ ਕਿਤਾਬਾਂ, ਕੁਰਾਨ, ਅੰਜੀਲ, ਤੌਰੇਤ, ਜ਼ਬੂਰ, ਇਹਨਾਂ ਨੂੰ ਜਾਣਨ ਵਾਲਾ ਕੌਣ ਸੀ? ਨਾ ਉੱਥੇ ਕੋਈ ਮੁਸਲਮਾਨ ਸੀ ਕੁਰਾਨ ਆਦਿਕ ਨੂੰ ਜਾਣਨ ਵਾਲਾ, ਤੇ ਨਾ ਕੋਈ ਵੇਦ ਆਦਿਕ ਨੂੰ ਜਾਣਨ ਵਾਲਾ ਬ੍ਰਾਹਮਣ ਸੀ। ਨਾ ਵੇਦ ਸੀ ਨਾ ਕਿਤਾਬ ਸੀ, ਕੁਝ ਵੀ ਨਹੀਂ ਸੀ। ਜਬ ਆਪਨ ਆਪ ਉਰ ਧਾਰੈ। ਜਦੋਂ ਆਪਣੇ ਆਪ ਹੀ ਵਿਰਾਟ ਰੂਪ ਨੂੰ ਆਪਣੇ ਉਰ ਹਿਰਦੇ ਦੇ ਅੰਦਰ ਧਾਰਨ ਕੀਤਾ ਹੋਇਆ ਸੀ ਉਸਨੇ। ਤੋ ਸਗਨ ਅਪਸਗਨ ਕਹਾ ਵਿਚਾਰੈ। ਉੱਥੇ ਮਾੜਾ ਸਗਨ ਹੋ ਗਿਆ ਜੀ, ਲੱਕੜਾਂ ਮੂਹਰੇ ਮਿਲ ਗਈਆਂ, ਖਾਲੀ ਘੜਾ ਮਿਲ ਗਿਆ ਕਿ ਕੁੱਤੇ ਨੇ ਕੰਨ ਮਾਰ ਦਿੱਤੇ। ਇਹ ਅਪਸਗਨ ਬ੍ਰਾਹਮਣਾਂ ਨੇ ਜਿਹੜੇ ਵਹਿਮ ਪਾਏ ਹੋਏ ਨੇ। ਨਾ ਉੱਥੇ ਕੋਈ ਸਗਨ ਹੁੰਦਾ ਸ੍ਰੇਸ਼ਟ, ਆਖੇ ਜੀ ਚਲੋ ਫਲਾਨਾ ਬੰਦਾ ਮੂਹਰੇ ਲੱਗ ਗਿਆ, ਤੇ ਜਾਂ ਫਿਰ ਹਾਥੀ ਮਿਲ ਗਿਆ, ਕਹਿੰਦੇ ਜੀ ਇਹ ਸ਼ੁਭ ਸ਼ਗਨ ਮੰਨਦੇ ਆ ਹਾਥੀ ਦਾ ਮਿਲਣਾ, ਤੇ ਜਾਨਵਰਾਂ ਦਾ ਸੱਜੇ ਖੱਬੇ ਮਿਲਣਾ, ਇਹ ਸਗਨ ਅਪਸਗਨ। ਉੱਥੇ ਕਹਾਂ ਵਿਚਾਰਾ, ਇਹਦੀ ਵਿਚਾਰ ਕਰਨ ਵਾਲਾ ਭਲਾ ਬੁਰਾ ਕਹਿਣ ਵਾਲਾ ਹੈ ਹੀ ਨਹੀਂ ਸੀ ਕੋਈ। ਤੇ ਇਸ ਕਰਕੇ ਅਪਸਗਨ ਹੋ ਗਿਆ ਜੀ, ਮੁਰਦਾ ਮਿਲ ਗਿਆ, ਅਮੰਗਲ ਹੋ ਗਿਆ ਜੀ। ਇਹ ਬੁਰੇ ਭਲੇ ਕਹਿਣ ਕਰਨ ਵਾਲਾ ਕੋਈ ਵੀ ਵਿਚਾਰ ਦਾ ਨਹੀਂ ਸੀ। ਕਹਾਂ ਕੌਣ ਹੈ ਕਿ ਜਿਹੜਾ ਇਹਨਾਂ ਦੀ ਵਿਚਾਰ ਕਰੇ? ਭਾਵ ਵਿਸਮਾਦ ਰੂਪ ਵਾਹਿਗੁਰੂ ਸੀ ਉਸ ਵੇਲੇ। ਜਹ ਆਪਨ ਊਚ ਆਪਨ ਆਪ ਨੀਰਾ। ਜਿੱਥੇ ਆਪਣੇ ਆਪ ਹੀ ਊਚ ਉੱਚਾ, ਆਪਣੇ ਆਪ ਹੀ ਨੀਰਾ ਨੀਵਾ ਸੀ। ਜਾਂ ਵੀ ਭਾਵ ਜਿੱਥੇ ਆਪਣੇ ਆਪ ਤਿੰਨਾਂ ਗੁਣਾਂ ਤੋਂ ਅਤੀਤ ਉੱਚਾ, ਇਹ ਉਹਦਾ ਤਿੰਨਾਂ ਗੁਣਾਂ ਤੋਂ ਜੀ ਹੋਏ, ਤੇ ਆਪਣੇ ਆਪ ਤਿੰਨਾਂ ਗੁਣਾਂ ਤੇ ਆਤਮਾ ਕਰਕੇ ਨੇਰਾ ਨਿਰਣਾ ਕਰਨ ਵਾਲਾ, ਤੇ ਇਸ ਪ੍ਰਕਾਰ ਦਾ ਉਹ ਆਪ ਹੀ ਸੀ। ਜੇ ਆਪਨ ਊਚ, ਆਪ ਉੱਚਿਆਂ ਤੇ ਉੱਚਾ ਹੈ, ਆਪਨ ਆਪ ਨੇਰਾ।
ਉਹਦਾ ਅਚਰਜ ਸਰੂਪ ਹੈ। ਤੇ ਈਸ਼ਵਰ ਰੂਪ ਧਾਰਨ ਕਰ ਲਿਆ, ਉਦੋਂ ਨੀਮਾ ਸਰੂਪ ਧਾਰਨ ਕਰ ਗਿਆ, ਬ੍ਰਹਮਾ ਵਿਸ਼ਨੂੰ ਤਿੰਨੇ ਗੁਣ ਧਾਰਨ ਕਰ ਲਏ। ਇਹ ਆਪਣਾ ਹੀ ਸਰੂਪ ਹੈ ਉਹਦਾ। ਇਸ ਕਰਕੇ ਫਿਰ ਜਾਂ ਫਿਰ ਇਹਨੂੰ ਕੋਈ ਵੀ ਉੱਚਾ ਹੈ, ਉੱਚਾ ਹੈ, ਆਪਣੇ ਆਪ ਹੀ ਤਿੰਨਾਂ ਗੁਣਾਂ ਤੋਂ ਆਤਮਾ ਕਰਕੇ ਨੇਰਾ ਨਿਰਣਾ ਕਰਨ ਵਾਲਾ ਵੀ ਆਪ ਹੀ ਹੈ। ਤੇ ਐਸਾ ਜਿਹੜਾ ਇਸਤਤ ਰੂਪ ਹੈ, ਭਾਵ ਕੀ ਐਸਾ ਹੈ। ਤਹ ਕੌਣ ਠਾਕੁਰ ਕੌਣ ਕਹੀਐ ਚੇਰਾ। ਉੱਥੇ ਕੌਣ ਕਿਸ ਨੂੰ ਠਾਕੁਰ ਸੁਆਮੀ ਕਹੀਏ, ਕੌਣ ਕਿਸੇ ਨੂੰ ਉਹਦਾ ਚੇਲਾ ਕਹੀਏ। ਚੇਰਾ ਨਾਮ ਚੇਲੇ ਦਾ ਹੁੰਦਾ ਤੇ ਕਹਿਣਾ ਬਣਦਾ ਨਹੀਂ। ਇਸ ਕਰਕੇ ਉਹਨੂੰ ਇਹੀ ਕਹਿਣਾ ਬਣਦਾ ਸੀ ਕਿ ਉਹ ਆਪੇ ਆਪ ਰੂਪ ਹੈ, ਵਾਹਿਗੁਰੂ ਪਰਮੇਸ਼ਰ। ਬਿਸਮਨ ਬਿਸਮ ਰਹੇ ਬਿਸਮਾਦ। ਪਰਮੇਸ਼ਰ ਦੇ ਸਿਮਰਨ ਕਰਨ ਵਾਲਿਆਂ ਨੂੰ ਬਿਸਮਾਦੀ ਰੰਗ ਦਿਸਦੇ ਹੈ। ਪਰਮੇਸ਼ਰ ਦੇ ਬਿਸਮਨ ਅਚਰਜ ਤੋਂ, ਬਿਸਮਨ ਅਚਰਜ ਰੂਪ ਨੂੰ ਜਾਣਨੇ ਵਾਲੇ ਵੀ ਅਚਰਜ ਰੂਪ ਹੀ ਹੋ ਜਾਂਦੇ ਹਨ। ਨਾਨਕ ਆਪਣੀ ਗਤ ਜਾਣਹੁ ਆਪ। ਤੇ ਫਿਰ ਜਿਨ੍ਹਾਂ ਨੇ ਬਿਸਮਨ ਬਿਸਮ ਮਨ ਦੇ ਵਿਸ਼ਿਆਂ ਨੂੰ ਰੋਕਿਆ, ਉਹ ਬਿਸਮਾਦ ਅਚਰਜ ਤੋਂ ਅਚਰਜ ਰੂਪ ਹੋ ਰਹੇ ਨੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਉਹ ਪਰਮੇਸ਼ਰ ਆਪਣੀ ਗਤ ਗਤੀ ਭਾਵ ਮਰਿਆਦਾ ਰੀਤੀ ਨੂੰ ਆਪ ਹੀ ਜਾਣਦਾ ਹੈ। ਤੁਮਰੀ ਗਤ ਮੇਂ ਤੁਮ ਹੀ ਜਾਣੀ, ਹੋਰ ਨਹੀਂ ਕੋਈ ਜਾਣ ਸਕਦਾ। ਜਹ ਅਸ਼ਾਲ ਅਸ਼ੇਦ ਅਭੇਦ ਸਮਾਇਆ। ਜਿੱਥੇ ਅਸ਼ਾਲ ਛਲਣ ਤੋਂ ਰਹਿਤ, ਅਸ਼ੇਦ ਛੇਦ ਤੋਂ ਰਹਿਤ ਅਖੰਡ ਸਰੂਪ ਹੈ, ਅਭੇਦ ਭੇਦਾਂ ਤੋਂ ਰਹਿਤ ਹੈ। ਉਹ ਭੇਦਾਂ ਤੋਂ ਰਹਿਤ ਹੋ ਕਰਕੇ ਸਰੂਪ ਸਮਾਇਆ ਹੋਇਆ ਸੀ। ਐਸਾ ਸੀ ਵਾਹਿਗੁਰੂ ਦਾ ਉਸ ਵੇਲੇ ਦਾ ਰੂਪ। ਜਾਂ ਜਿੱਥੇ ਅੰਤਰਜਾਮੀ ਨੂੰ ਗਿਆਨ ਧਿਆਨ ਇਸ਼ਨਾਨ ਆਦਿਕ ਸਾਧਨਾ ਕਰਕੇ ਅਛਲ ਛਲਿਆ ਨਹੀਂ ਜਾਂਦਾ, ਅਸ਼ੇਦ ਸ਼ਾਸਤਰ ਕੱਟ ਨਹੀਂ ਸਕਦਾ, ਅਭੇਦ ਭੇਦਾਂ ਕਰਕੇ ਦ੍ਰਿਸ਼ਟੀ ਵਾਲਾ ਨਹੀਂ, ਜਿਵੇਂ ਨਿਆਇਕ ਸ਼ਾਸਤਰ ਵਾਲੇ ਭੇਦਵਾਦੀ ਨੇ ਉਹ ਈਸ਼ਵਰ ਨੂੰ ਇੱਕ ਦੇਸੀ ਮੰਨਦੇ ਆ। ਇਹ ਭੇਦ ਹੋਇਆ ਨਾ, ਇਹ ਭੇਦ ਸਿੱਧ ਨਹੀਂ ਸੀ ਹੋ ਸਕਦਾ। ਅਭੇਦ ਪਣੇ ਤੋਂ ਰਹਿਤ ਜੋ ਪੰਜੇ ਪ੍ਰਕਾਰ ਦੇ ਭਰਮਾਂ ਦੇ ਵਿੱਚ ਨਹੀਂ ਸੀ, ਉਹ ਅਭੇਦ ਰੂਪ ਹੋ ਕੇ ਸਾਰਿਆਂ ਵਿੱਚ ਸਮਾਇਆ ਹੋਇਆ ਸੀ। ਨੈਨੰ ਸ਼ਯੰਤੀ ਸ਼ਾਸਤਰਾਂ ਨੇ ਨੈਨੰ ਦਹੰਤੀ ਪਾਪ ਕਹਾ, ਜਿਵੇਂ ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਦੂਸਰੇ ਅਧਿਆਇ ਵਿੱਚ ਕਿਹਾ ਹੈ। ਉੱਥੇ ਮਾਇਆ, ਬੋਲੋ ਜੀ। ਊਹਾ ਕਿਸੇ ਹੈ ਵਿਆਪਤ ਮਾਇਆ। ਉੱਥੇ ਕਿਸੇ ਨੂੰ ਜਿਹੜੀ ਮਾਇਆ ਉਹ ਫਿਰ ਭਾਈ ਕਿਸੇ ਨੂੰ ਵਿਆਪਤ ਵਿਆਪ ਰਹੀ, ਭਾਵ ਮਾਇਆ ਨੂੰ ਚਿੰਬੜਨ ਵਾਲਾ ਉੱਥੇ ਹੈ ਹੀ ਨਹੀਂ ਸੀ ਕੋਈ। ਨਾ ਮਾਇਆ ਕਿਸੇ ਨੂੰ ਚਿੰਬੜ ਸਕਦੀ ਸੀ ਤੇ ਨਾ ਹੀ ਕੁਛ ਉਸ ਨੂੰ ਚਿੰਬੜਨੇ ਯੋਗ ਸੀ। ਇਸ ਕਰਕੇ ਉਹ ਅਚਰਜ ਰੂਪ ਦੀ ਇੱਥੇ ਕਥਨ ਕੀਤੀ ਹੈ ਮਹਾਰਾਜ ਨੇ ਵਿਚਾਰ। ਨਿਰਾਕਾਰ ਦੀ ਮਹਿਮਾ ਇਸ ਕਰਕੇ ਥੋੜੀ ਜਿਹੀ ਔਖੀ ਜ਼ਰੂਰ ਲੱਗਦੀ ਹੁੰਦੀ ਹੈ। ਅੱਗੇ ਦੱਸਦੇ ਹਨ, ਆਪਸ ਕੋ ਆਪਹਿ ਆਦੇਸ। ਉੱਥੇ ਆਪਸ ਆਪਣੇ ਸਰੂਪ ਨੂੰ ਆਪ ਹੀ ਆਦੇਸ਼ ਨਮਸਕਾਰ ਕਰਦਾ ਸੀ। ਨਮਸਕਾਰ ਕਰਨ ਵਾਲਾ ਵੀ ਕੋਈ ਹੋਰ ਹੈ ਨਹੀਂ ਸੀ। ਜਾਂ ਇਉਂ ਕਹੋ ਆ ਜਮਾਂ ਦੇਸ਼, ਦੇਸ਼ ਆਦਿਕਾਂ ਤੋਂ ਰਹਿਤ ਆਪਣੇ ਆਪ ਨੂੰ ਬੰਦਨਾ ਕਰਦਾ ਸੀ। ਜੈਸਾ ਨਵਸਤੰ ਅਕਾਲੇ ਨਵਸਤੰ ਕਿਰਪਾਲੇ ਮਹਾਰਾਜ ਸਾਹਿਬ ਨੇ ਕਿਹਾ ਹੈ। ਅੱਗੇ ਦੱਸਦੇ ਨੇ, ਤਿਹੋ ਗੁਣ ਕਾ ਨਾਹੀ ਪਰਵੀਸ। ਉਥੇ ਤਿਹੋ ਗੁਣ ਤਿੰਨਾਂ ਗੁਣਾਂ ਦਾ, ਜਿਹੜਾ ਰਜੋ ਗੁਣ ਤਮੋ ਗੁਣ ਸਤੋ ਗੁਣ ਦਾ ਕੋਈ ਵੀ ਪ੍ਰਵੇਸ਼ ਦਖਲ ਨਹੀਂ ਸੀ। ਰਾਜਸੀ ਤਾਮਸੀ ਸਾਂਤਕੀ ਸੁਭਾਅ ਵਾਲਾ ਨਹੀਂ ਸੀ। ਜਹ ਇੱਕ ਹੈ ਏਕ ਏਕ ਭਗਵੰਤਾ। ਜਿੱਥੇ ਇੱਕ ਹੈ ਇੱਕੋ ਹੀ ਭਗਵੰਤ ਪਰਮੇਸ਼ਰ। ਭਗਵੰਤਾ ਨਾਮ ਪਰਮੇਸ਼ਰ ਦਾ ਨਾਮ ਹੈ। ਇੱਕ ਹੀ ਸਰੂਪ ਸੀ। ਜਿੱਥੇ ਸਜਾਤੀ ਵਿਜਾਤੀ ਸੁਗਤ ਭੇਦ ਤੋਂ ਰਹਿਤ ਇੱਕ ਭਗਵੰਤ ਪਰਮੇਸ਼ਰ ਵਾਹਿਗੁਰੂ ਆਪ ਹੀ ਸੀ, ਹੋਰ ਨਹੀਂ ਕੋਈ। ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਨਾ ਉੱਥੇ ਕੋਈ ਚਿੰਤਾ ਵਾਲਾ, ਨਾ ਕੋਈ ਚਿੰਤਾ ਤੋਂ ਰਹਿਤ। ਪਰਮਾਤਮਾ ਦਾ ਇਹ ਸਰੂਪ ਹੈ, ਉਹਦੇ 'ਚ ਨਾ ਚਿੰਤਾ ਨਾ ਚਿੰਤਾ ਤੋਂ ਰਹਿਤ, ਅਚਰਜ ਰੂਪ ਹੈ। ਉੱਥੇ ਦੱਸੋ ਕੌਣ ਹੈ ਜਿਹੜਾ ਅਚਿੰਤ ਚਿੰਤਾ ਤੋਂ ਰਹਿਤ। ਕਿਸੇ ਨੂੰ ਚਿੰਤਾ ਫਿਕਰ ਲੱਗਿਆ ਰਿਹਾ ਸੀ। ਦੋਨਾਂ ਦੁੰਦਵਾਦਾਂ ਤੋਂ ਰਹਿਤ ਹੈ ਪਰਮੇਸ਼ਰ। ਜਹ ਆਪਨ ਆਪ ਪਤੀਆਰਾ। ਜਿੱਥੇ ਆਪਣੇ ਆਪ ਉੱਤੇ ਆਪ ਹੀ ਪਤੀਆਰਾ ਪਤੀਜ ਦਾ ਭਰੋਸਾ ਕਰਦਾ ਸੀ। ਤਹ ਕੌਣ ਕਥੈ ਕੌਣ ਸੁਣਨੈ ਹਾਰਾ। ਉੱਥੇ ਕੌਣ ਹੈ ਜਿਹੜਾ ਕਥਨ ਕਰਨ ਵਾਲਾ, ਕਥਨੀ ਕਰਨ ਵਾਲਾ, ਕਥੈ ਕਥਨ ਕਰਨ ਵਾਲਾ ਬਖਤਾ, ਤੇ ਕੌਣ ਫਿਰ ਸਰੋਤਾ ਸੁਣਨ ਵਾਲਾ
ਦੱਸੋ ਫਿਰ ਕੌਣ ਆ ਉੱਥੇ? ਉੱਥੇ ਆਪ ਹੀ ਸੁਣਨ ਵਾਲਾ, ਆਪ ਹੀ ਕਥਨ, ਅਚਰਜ ਰੂਪ ਹੈ ਵਾਹਿਗੁਰੂ ਦਾ। ਉੱਥੇ ਇਹ ਚੀਜ਼ਾਂ ਦੁੰਦਬਾਦ ਨਹੀਂ ਹੈ। ਬਹੁ ਬੇਅੰਤ ਊਚ ਤੇ ਉੱਚਾ। ਅਖੀਰ ਵਿੱਚ ਕਹਿ ਦਿੱਤੇ ਉੱਥੇ ਕੋਈ ਸ਼ਬਦ ਹੀ ਨਹੀਂ ਬਣਦਾ। ਵਾਹਿਗੁਰੂ ਸ਼ਬਦ ਵਿੱਚ ਇਹੀ ਕਹਿਣਾ, ਵਾਹਿਨਾਮ ਅਚਰਜ ਦਾ ਹੈ, ਅਚਰਜ ਰੂਪ ਹੈ। ਉਹ ਪਰਮੇਸ਼ਰ ਬਹੁਤ ਹੀ ਬੇਅੰਤ ਹੈ, ਭਾਵ ਅੰਤ ਤੋਂ ਰਹਿਤ, ਊਚ ਸ੍ਰੇਸ਼ਟ, ਤੇ ਊਚ ਸ੍ਰੇਸ਼ਟਾਂ ਤੋਂ ਵੀ ਸ੍ਰੇਸ਼ਟ ਹੈ। ਊਚ ਤੇ ਉੱਚਾ ਸ੍ਰੇਸ਼ਟਾਂ ਤੋਂ ਸ੍ਰੇਸ਼ਟ ਹੈ। ਐਸਾ ਪਰਮੇਸ਼ਰ ਹੈ, ਅੰਤ ਤੋਂ ਰਹਿਤ ਹੈ ਜੀ। ਨਾਨਕ ਆਪਸ ਕੋ ਆਪਹਿ ਪਹੁੰਚਾ। ਤੇ ਉਹ ਤਾਂ ਫਿਰ ਐਸਾ ਸਰੂਪ ਜਿਹੜਾ ਵਾਹਿਗੁਰੂ ਸਤਿਗੁਰੂ ਜੀ ਕਥਨ ਕਰਦੇ ਆ, ਆਪਸ ਆਪਣੇ ਆਪ ਨੂੰ ਆਪ ਹੀ ਪਹੁੰਚ ਰੱਖਣ ਵਾਲਾ, ਦੂਸਰਾ ਨਹੀਂ ਪਹੁੰਚ ਸਕਦਾ। ਉਹਦੇ ਵਰਗਾ ਹੋਰ ਕੋਈ ਦੂਸਰਾ ਨਹੀਂ ਹੈ। ਤੇ ਇਸ ਕਰਕੇ ਨਾ ਬਹੁਤ ਹੀ ਬੇਅੰਤ ਹੈ, ਅੰਤ ਤੋਂ ਰਹਿਤ, ਬਹੁਤ ਹੀ ਅੰਤ ਤੋਂ ਰਹਿਤ, ਉੱਚਿਆਂ ਤੋਂ ਵੀ ਬਹੁਤ ਹੀ ਉੱਚਿਆਂ ਤੋਂ ਉੱਚਾ, ਸ੍ਰੇਸ਼ਟਾਂ ਤੋਂ ਸ੍ਰੇਸ਼ਟ ਹੈ। ਤੇ ਮਹਾਰਾਜ ਸਾਹਿਬ ਨੇ ਕਿਹਾ ਆਪਣੇ ਆਪ ਨੂੰ ਆਪ ਹੀ ਪਹੁੰਚ ਰੱਖਣ ਵਾਲਾ, ਹੋਰ ਕੋਈ ਨਹੀਂ ਉਹਦਾ ਕੋਈ ਅੰਤ ਪਾ ਸਕਦਾ। ਮਹਿਮਾ ਨਾ ਜਾਣੈ ਭੇਦ, ਬਰਮੇ ਨੇ ਜਾਣੈ ਭੇਦ, ਇਸ ਤਰ੍ਹਾਂ ਦੀ ਕਥਨ ਕੀਤਾ ਹੈ ਵੀ ਮਹਿਮਾ ਤਾਂ ਬਰਮਾ ਵਰਗੇ ਨਹੀਂ ਜਾਣ ਸੇ, ਮਹਿਮਾ ਨਾ ਜਾਣੈ ਭੇਦ, ਬਰਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਮੈਂ ਬੇਅੰਤ। ਇਹ 6 ਪੌੜੀਆਂ ਦੇ ਵਿੱਚ ਨਿਤ, ਨਿਮਿਤ, ਪ੍ਰਕਿਰਤਕ, ਪਰਲੋਂ, ਮਹਾਪਰਲੋਂ ਤੇ ਗਿਆਨ ਪਰਲੋਂ ਦਾ ਕਥਨ ਕੀਤਾ ਪੰਜਾਂ ਦਾ। ਹੁਣ ਅਗਲੀਆਂ 2 ਪੌੜੀਆਂ ਦੇ ਸ੍ਰਿਸ਼ਟੀ ਦੀ ਰਚਨਾ ਭਾਵ ਉਤਪਤੀ ਦਾ ਵਰਣਨ ਕਰਨਗੇ ਮਹਾਰਾਜ। ਇੰਨਾ ਕਈ ਭੇਦ ਸਮਝਣਾ। 8 ਪਦਾਂ ਦੇ ਵਿੱਚ, 6 ਪਦਾਂ ਦੇ ਵਿੱਚ ਜਿਹੜੀਆਂ 6 ਪਰਲੋਆਂ, ਗਿਆਨ ਪਰਲੋਂ ਸਮੇਤ ਉਹਦਾ ਕਥਨ ਹੋਇਆ। ਅਚਰਜ ਰੂਪ ਵਾਹਿਗੁਰੂ ਦਾ ਕਥਨ ਕੀਤਾ ਤੇ ਹੁਣ ਉਤਪਤੀ ਦਾ ਪ੍ਰਕਾਰ ਦਿਖਾਉਣਗੇ। ਸੁਣਨਾ ਕਰੋ ਜੀ। ਜਹ ਆਪ ਰਚਿਓ ਪ੍ਰਪੰਚ ਆਕਾਰ। ਜਿੱਥੇ ਆਪ ਪਰਮੇਸ਼ਰ ਨੇ ਪ੍ਰਪੰਚ ਜਗਤ ਦਾ ਆਕਾਰ ਰਚਿਓ, ਰਚਨਾ ਕੀਤਾ, ਆਪ ਹੀ ਇਹਨਾਂ ਪੰਜਾਂ ਕਰਕੇ, ਕਿਹੜੀ ਅਸਤੀ, ਭਾਂਤੀ, ਪ੍ਰੇਤਾ ਰੂਪ, ਅਰ ਇਹ ਨਾਮ ਅਰ ਰੂਪ, ਇਹ 5 ਹੋ ਗਏ। ਅਸਤੀ, ਭ੍ਰਾਂਤੀ, ਪ੍ਰੇਤਾ ਰੂਪ, ਨਾਮ ਔਰ ਰੂਪ। ਇਹਦੇ ਵਿੱਚ 2 ਅੰਸ਼ਾਂ ਜਿਹੜੀਆਂ ਨੇ ਉਹ ਤਾਂ ਹੈਗੀਆਂ ਮਾਇਆ ਦੀਆਂ। ਆ ਜਿੰਨਾ ਵੀ ਸੰਸਾਰ ਦਾ ਰੂਪ ਦਿਸਦਾ ਹੈ ਜਾਂ ਉਹਨਾਂ ਦੇ ਨਾਮ ਨੇ, ਆਪਣੇ ਸਰੀਰਾਂ ਦਾ ਰੂਪ ਹੈ, ਆਪਣੇ ਸਰੀਰਾਂ ਦੇ ਨਾਮ ਨੇ, ਇਹ ਦੋਨੇ ਮਾਇਆ ਦੀਆਂ ਅੰਸ਼ਾਂ ਨੇ, ਤਾਂ ਹੀ ਤਾਂ ਨਾਸਵਾਨ ਨੇ। ਤੇ ਜਿਹੜਾ ਬ੍ਰਹਮ ਦੀਆਂ 3 ਅੰਸ਼ਾਂ ਨੇ, ਅਸਤੀ, ਭ੍ਰਾਂਤੀ, ਪ੍ਰੇਤ, ਕਹੋ ਸਤ ਚੇਤਨ ਆਨੰਦ ਰੂਪ, ਉਹ ਇਹਨਾਂ 5 ਕਰਕੇ ਪ੍ਰਪੰਚ ਬਣਿਆ ਹੈ। ਪਰ ਵਿਸ਼ੇਸ਼ ਕਰਕੇ 5 ਚੀਜ਼ਾਂ ਦਾ ਬਣਿਆ ਹੋਣ ਕਰਕੇ ਪ੍ਰਪੰਚ ਕਹਿੰਦੇ ਨੇ ਇਹਨੂੰ। ਜਾਏ ਉਹ ਕਹੋ ਵੀ ਸੰਸਾਰ ਦਾ ਆਕਾਰ 5 ਤੱਤਾਂ ਕਰਕੇ ਪ੍ਰਵਿਰਤ ਹੋਣ ਵਾਲਾ ਹੈ। ਜਿੱਥੇ ਸੂਖਮ ਤੱਤਾਂ ਕਰਕੇ ਐਸਾ ਆਕਾਰ ਆਪ ਹੀ ਰਚ ਰਿਹਾ ਹੈ। ਜਿਵੇਂ ਆਪਣੇ ਆਪ ਸੁਪਨਾਵੀ ਜੀਵ ਹੈ, ਆਪਾਂ ਦੇਖਦੇ ਹਾਂ ਰਾਤ ਨੂੰ ਸੁਪਨਾ ਆਉਂਦਾ ਹੈ, ਉਹ ਹੋਰ ਸਮੱਗਰੀ ਤਾਂ ਨਹੀਂ ਕਿਤੋਂ ਲੈ ਕੇ ਆਇਆ। ਬੜੇ ਬੜੇ ਪਹਾੜ ਵੀ ਕਿਤੋਂ ਚੁੱਕ ਕੇ ਲੈ ਕੇ ਆਇਆ, ਪਹਾੜ ਜਾਂ ਨਦੀਆਂ, ਨਾਲੇ, ਬਿਰਛ, ਪਸ਼ੂ, ਪੰਛੀ, ਉਹ ਆਪ ਹੀ ਨਹੀਂ ਰਚੀ ਉਸਨੇ। ਇਸੇ ਤਰ੍ਹਾਂ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਇਹ ਸੰਸਾਰ ਰੱਬ ਦਾ ਸੁਪਨਾ ਹੀ ਹੈ ਅਸਲ ਦੇ ਵਿੱਚ। ਤੇ ਆਪਣੇ ਆਪ ਸੁਪਨੇ ਨਾਲ ਹੀ ਜਿਵੇਂ ਬ੍ਰਹਮੰਡ ਖੰਡ, ਇਹ ਸਾਰੇ ਸਾਧ ਸੰਗਤ ਜੀ ਜੀਵ ਰਚ ਲੈਂਦਾ, ਇਸੇ ਤਰ੍ਹਾਂ ਈਸ਼ਵਰ ਵੀ ਇਹ ਸਾਰੀ ਰਚਨਾ ਰਚ ਲੈਂਦਾ। ਇਹ ਮਹਾਰਾਜ ਦੀ ਆਪਣੀ ਇੱਛਾ ਹੈ, ਸਭ ਕੁਝ ਉਹ ਰਚ ਲੈਂਦਾ। ਇਸੇ ਕਰਕੇ ਕਹੇ ਅਸਤੀ, ਭਾਂਤੀ, ਪ੍ਰੇਤਾ, ਨਾਮ ਰੂਪ, ਪਰਪੰਚ, ਇਹ ਸਾਰੀ ਐਸੀ ਉਹਦੀ ਖੇਡ ਹੈ। ਫਿਰ ਤਿਹੋ ਗੁਣ ਮਹਿ ਕੀਨੋ ਵਿਸਥਾਰ। ਫਿਰ 3 ਰਾਜਸੀ, ਤਾਮਸੀ, ਸਾਂਤਕੀ ਗੁਣਾਂ ਦੇ ਵਿੱਚ ਵਿਸਤਾਰ ਨਾਲ ਫੈਲਾਦਾ ਹੈ। ਉਸ ਵਾਹਿਗੁਰੂ ਨੇ ਫੈਲਾ ਵੀ ਆਪੇ ਕੀਤਾ। ਆਪਣੀ ਮਾਇਆ ਆਪ ਸਾਰੀ ਉਹ ਆਪ ਸੀ। ਜਦੋਂ ਉਹਨੇ ਇੱਛਾ ਕੀਤੀ ਕਿ ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਬਸ ਇਸੇ ਨੂੰ ਮਾਇਆ ਕਹਿੰਦੇ ਨੇ। ਉਹ ਜਿਹੜੀ ਮਾਇਆ ਹੈ, ਤੇ ਫਿਰ ਮਾਇਆ ਨੇ ਅੱਗੇ ਸਾਧ ਸੰਗਤ ਜੀ ਏਕਾਵਾਈ ਜੁਗਤ ਵਿਆਈ, ਜੁਗਤ ਜੁੜ ਕੇ ਉਹਦੀ ਸੱਤਾ ਪਾ ਕੇ, ਤੇ ਫਿਰ ਜਿਵੇਂ ਸਾਡੀ ਇੱਛਾ, ਸਾਡੀ ਸੱਤਾ ਪਾ ਕੇ ਕੋਈ ਕਾਰਜ ਕਰਦੀ ਹੈ। ਬ੍ਰਹਮ ਦੀ ਜਿਹੜੀ ਸਾਧ ਸੰਗਤ ਜੀ ਇੱਛਾ ਹੈ, ਵੈਸੇ ਤਾਂ ਇੱਛਾ ਰਹਿਤ ਵੀ ਨਹੀਂ ਕਿਹਾ ਜਾ ਸਕਦਾ, ਇੱਛਾ ਸਹਿਤ ਵੀ ਨਹੀਂ ਕਿਹਾ ਜਾ ਸਕਦਾ। ਇਹ ਵੀ ਅਚਰਜ ਰੂਪ ਹੈ। ਉਹ ਪਰਮੇਸ਼ਰ ਵਾਹਿਗੁਰੂ ਮਾਇਆ ਰਚਦਾ। ਫਿਰ ਮਾਇਆ ਨੇ ਅੱਗੇ ਮਹਿ ਤੱਤ ਰਚੇ, ਮਹਿ ਤੱਤ ਨੇ ਅੱਗੇ ਸੂਖਮ ਜਿਹੜੇ ਸਾਧ ਸੰਗਤ ਜੀ ਸ਼ਬਦ, ਸਪਰਸ਼, ਰੂਪ, ਰਸ, ਗੰਧ, ਫਿਰ ਉਹਨਾਂ ਦੇ ਵਿੱਚੋਂ 5 ਤੱਤ ਸਥੂਲ ਬਣੇ। ਤੇ ਆਕਾਸ਼ ਹੈ, ਹਵਾ ਹੈ, ਅੱਗ ਹੈ,
ਧਰਤੀ, ਪੌਣ, ਪਾਣੀ ਜੋ ਵੀ ਦਿਸਦੇ ਨੇ ਇਹ ਸਾਰੇ, ਅਗਨੀ ਤੋਂ ਬਾਅਦ ਪਾਣੀ ਆ ਗਿਆ, ਧਰਤੀ ਆ ਗਈ, ਫਿਰ ਉਹਦੇ ਵਿੱਚ ਸਾਰੇ ਜੀ ਆ ਗਏ। ਪਰਮੇਸ਼ਵਰ ਰਾਤੀ ਰੋਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਇਉਂ ਸ੍ਰਿਸ਼ਟੀ ਨੂੰ ਸਾਜਦਾ। ਫਿਰ ਉੱਥੇ ਪਾਪ ਪੁੰਨਾਂ ਦੀ ਵਿਚਾਰ ਚੱਲ ਪੈਂਦੀ ਹੈ। ਪਾਪ ਪੁੰਨ ਤਹਿ ਭਈ ਕਹਾਵਤ, ਤਦੋਂ ਪਾਪ ਮੰਦ ਕਰਮ, ਪੁੰਨ ਸ੍ਰੇਸ਼ਟ ਕਰਮ, ਸ਼ੁਭ ਸ਼ੁਭ ਕਰਮਾਂ ਦੀ ਤਾਂ ਉੱਥੇ ਕਹਾਵਤ ਗੱਲਬਾਤ ਹੋਣੀ ਸ਼ੁਰੂ ਭਈ ਹੋ ਗਈ ਹੈ। ਤੇ ਇਸ ਕਰਕੇ ਫਿਰ ਇਹਦੇ ਵਿੱਚ ਵੀ ਬੜੀ ਇੱਕ ਘੁੰਡੀ ਹੈ। ਆਪਣੀ ਜਥੇ ਦੇ ਇੱਕ ਵਿਦਿਆਰਥੀ ਗਿਆਨੀ ਸਿੰਘ ਨੇ ਸਵਾਲ ਕੀਤਾ ਸੀ, ਕਹਿੰਦੇ ਜੀ ਫਿਰ ਸਰੀਰ ਗੁਰਬਾਣੀ 'ਚ ਲਿਖਿਆ ਵੀ ਪਾਪਾਂ ਪੁੰਨਾਂ ਦੀ ਰਚਤ ਹੈ। ਮੈਂ ਕਿਹਾ ਠੀਕ ਹੈ। ਕਹਿੰਦੇ ਵੀ ਸਭ ਤੋਂ ਆਦਿ ਕਾਲ ਦਾ ਜਿਹੜਾ ਸਰੀਰ ਰਚਿਆ, ਪਾਪ ਪੁੰਨ ਤਾਂ ਹੈ ਨਹੀਂ ਸੀ, ਤੇ ਉਹ ਦੇਹ ਕਿਸ ਤਰ੍ਹਾਂ ਬਣ ਗਈ? ਇਹਦਾ ਉੱਤਰ ਇਹ ਦਿੱਤਾ ਸੀ। ਮੈਂ ਕਿਹਾ ਜੀ ਸਭ ਤੋਂ ਪਹਿਲਾਂ ਜਿਹੜੀ ਦੇਹ ਬਣੀ ਸੀ ਉਹ ਕਿਰਪਾ ਦੀ ਬਣੀ ਸੀ, ਪਰਮਾਤਮਾ ਦੀ ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈਏ, ਉਹ ਕਿਰਪਾ ਦੀ ਸੀ। ਦੇਹ ਬਣਨ ਤੋਂ ਬਾਅਦ ਪਾਪ ਪੁੰਨ ਸ਼ੁਰੂ ਹੋ ਗਏ, ਫਿਰ ਅਗਲੀਆਂ ਦੇਹਾਂ ਸ਼ੁਰੂ ਹੋ ਗਈ। ਇਹਦਾ ਇਹ ਉੱਤਰ ਹੈ। ਤੇ ਇਸ ਪ੍ਰਕਾਰ ਫਿਰ ਤੋਂ ਪਾਪ ਮੰਦ ਕਰਮ, ਪੁੰਨ ਸ੍ਰੇਸ਼ਟ ਕਰਮ, ਸ਼ੁਭ ਸ਼ੁਭ ਕਰਮ, ਤੇ ਤਦ ਉਦੋਂ ਕਹਾਵਤ ਗੱਲਬਾਤ ਸ਼ੁਰੂ ਹੋ ਗਈ ਹੈ। ਇਹਨੂੰ ਅਧਿਕਾਰ ਦੇਤਾ। ਇਸ ਕਰਕੇ ਸ਼ੁਰੂ ਦੇ ਮਾੜਾ ਕੰਮ ਕੋਈ ਕਰਦਾ ਨਹੀਂ ਸੀ, ਜੇ ਹੁੰਦੇ ਸੀ ਤਾਂ ਬਹੁਤ ਘੱਟ ਮਾੜੇ ਕਰਮ ਹੁੰਦੇ ਸੀ, ਤੇ ਲੋਕਾਂ ਦੀਆਂ ਦੇਹਾਂ ਜਿਹੜੀਆਂ ਸੀ ਉਹਨਾਂ 'ਚ ਪੁੰਨ ਬਹੁਤੇ ਹੁੰਦੇ ਸੀ, ਸੁੱਖ ਬਹੁਤੇ ਤਾਂ ਹੁੰਦੇ ਸੀ, ਲੰਮੀਆਂ ਉਮਰਾਂ ਹੁੰਦੀਆਂ ਸੀ। ਅੱਗੇ ਦੱਸਦੇ ਹਨ ਜੀ, ਕੋ ਨਰਕ ਕੋ ਸੁਰਗ ਬੰਛਾਤ, ਕੋਈ ਪਾਪੀ ਨਰਕਾਂ ਨੂੰ ਭੋਗਣਾ ਕਰਦਾ ਹੈ, ਕੋਈ ਪੁੰਨਵਾਨ ਹੋ ਕਰਕੇ ਸਵਰਗ ਨੂੰ ਬਛਾਵਦ ਚਾਹੁੰਦਾ ਤੇ ਵੀ ਮੈਂ ਸਵਰਗ ਚਲਿਆ ਜਾਵਾਂ, ਪੁੰਨ ਕਰਨੇ ਸ਼ੁਰੂ ਕਰ ਦਿੰਦਾ। ਆਲ ਜਾਲ ਮਾਇਆ ਜੰਜਾਲ, ਇਹ ਮਾਇਆ ਦੇ ਜੰਜਾਲ ਬੰਧਨਾਂ ਕਰਕੇ ਆਲ ਘਰ ਆਦਿਕ ਦੇ ਜਾਲ ਬੰਨਣ ਪੈ ਗਏ। ਫਿਰ ਇਹ ਮੇਰਾ ਘਰ ਹੈ, ਇਹ ਮੇਰੇ ਪੁੱਤਰ ਧੀਆਂ, ਇੱਥੋਂ ਤੱਕ ਕਿ ਪਸ਼ੂਆਂ ਪੰਛੂਆਂ ਨੂੰ ਵੀ ਇਹ ਬੰਧਨ ਪਾ ਦਿੱਤੇ ਵੀ ਇਹ ਮੇਰੇ ਬੱਚੇ ਨੇ। ਉਹਨਾਂ ਨੂੰ ਵੀ ਧਿਆਨ ਹੈ ਵੀ ਇਹ ਮੇਰੇ ਬੱਚੇ ਨੇ, ਇਹ ਦੂਸਰੇ ਦੇ ਬੱਚੇ ਨੇ। ਪਸ਼ੂ ਵੀ ਤਾਂ ਸਿਆਣਦੇ ਆਪਣੇ ਬੱਚਿਆਂ ਨੂੰ। ਇਸ ਕਰਕੇ ਇਹ ਮੋਹ ਨੇ ਬੰਨ ਲਿਆ ਸਾਰਾ ਸੰਸਾਰ। ਫਿਰ ਇਹ ਜੰਜਾਲ ਪੈ ਗਏ। ਹਉਮੈ ਮੋਹ, ਬੋਲੋ ਜੀ। ਹਉਮੈ ਮੋਹ ਭਰਮ ਪੈ ਭਾਰ, ਫਿਰ ਹਉਮੈ ਹੰਗਤਾ ਮਮਤਾ, ਪਰਿਵਾਰ ਦਾ ਮੋਹ, 5 ਪ੍ਰਕਾਰ ਦਾ ਭਰਮ, 7 ਪ੍ਰਕਾਰ ਦਾ ਭੈ ਡਰ, ਅਤੇ ਸਿਰ ਤੇ ਪਾਪ ਆਦਿ ਦਾ ਭਾਰ ਵਧਣਾ ਸ਼ੁਰੂ ਹੋ ਗਿਆ। ਫਿਰ ਇਹ ਐਉਂ ਵਧੇ ਨਾ। ਇਹ ਗੁਰਬਾਣੀ ਨੇ ਇਹ ਕੁੰਡੀਆਂ ਖੋਲੀਆਂ, ਖੁੱਲ੍ਹਦੀਆਂ ਨਹੀਂ ਹੋਰ ਥਾਂ ਤੇ ਸਾਧ ਸੰਗਤ ਜੀ। ਜਿਵੇਂ ਵੀ ਪਾਪ ਪੁੰਨ ਤੋਂ ਬਿਨਾਂ ਦੇਹ ਕਿਸ ਤਰ੍ਹਾਂ ਪੈਦਾ ਹੋਈ, ਕਿਰਪਾ ਦੀ ਪੈਦਾ ਹੋਈ। ਫਿਰ ਪਾਪ ਪੁੰਨ ਸ਼ੁਰੂ ਹੋਏ, ਇਹ ਭਾਰ ਇਹਦੇ ਸਿਰ ਤੇ ਚੜ੍ਹਨਾ ਸ਼ੁਰੂ ਹੋਇਆ। ਜਿਹੜਾ ਗਿਆਨ ਦੁਆਰਾ ਮੁਕਤੀ ਪ੍ਰਾਪਤ ਕਰ ਲੈਂਦਾ, ਨਾਮ ਜਪਿਆ, ਗਿਆਨ ਹੋ ਗਿਆ, ਆਤਮ ਗਿਆਨ, ਜੰਮਣ ਮਰਨ ਤੋਂ ਖਤਮ ਹੋ ਗਿਆ। ਜਿਹਦੀ ਜਾਗ ਖੁੱਲ ਗਈ, ਜਿਹਨੇ ਨੀਂਦ ਤੋਂ ਜਾਗਿਆ ਹੈ, ਜਿਹੜਾ ਉਹਦਾ ਸੁਪਨਾ ਜਦੀ ਸਮਾਪਤ ਨਹੀਂ ਹੋ ਜਾਂਦਾ। ਜਿੰਨਾ ਮਰਜ਼ੀ ਭੈਦਾ ਇੱਕ ਸੁਪਨਾ ਹੋਵੇ, ਜਦੋਂ ਜਾਗਿਆ ਉੱਥੇ ਹੀ ਖਤਮ। ਜਦੋਂ ਗਿਆਨ ਹੋ ਗਿਆ, ਸੰਸਾਰ ਜਦੀ ਲੈ ਹੋ ਜਾਂਦਾ ਹੈ। ਤੇ ਇਸ ਕਰਕੇ ਵੀ ਹਉਮੈ ਹੰਗਤਾ, ਮੋਹ ਜੀਵਾਂ ਦਾ, ਸੰਬੰਧੀਆਂ ਦਾ, ਭਰਮ 5 ਪ੍ਰਕਾਰ ਦਾ, 7 ਪ੍ਰਕਾਰ ਦਾ ਡਰ, ਇਹ ਭਾਰ ਵਧਣਾ ਸ਼ੁਰੂ ਹੋ ਗਿਆ ਜੀਵਾਂ ਤੇ। ਇਉਂ ਫਿਰ ਅੱਗੇ ਵਿਕਾਸ ਹੋ ਰਿਹਾ ਜੀਵਾਂ ਦਾ, ਸੰਸਾਰ ਦਾ। ਦੁੱਖ ਸੁਖ ਮਾਨ ਅਪਮਾਨ, ਲੋ ਜੀ ਫਿਰ ਕਿਸੇ ਨੂੰ ਦੁੱਖ, ਕਿਸੇ ਨੂੰ ਸੁਖ, ਕਿਸੇ ਨੂੰ ਮਾਨ ਸਤਿਕਾਰ, ਤੇ ਕਿਸੇ ਦਾ ਅਪਮਾਨ ਨਿਰਾਦਰ ਹੋਣਾ ਸ਼ੁਰੂ ਹੋ ਗਿਆ ਹੈ। ਅਨਕ ਪ੍ਰਕਾਰ ਕੀਓ ਬਖਿਆਨ, ਇਹ ਸੰਸਾਰ ਅਨਕ ਅਨੇਕਾਂ ਪ੍ਰਕਾਰ ਦਾ ਹੈ। ਵੇਦਾਂ ਸ਼ਾਸਤਰਾਂ ਤਤ ਵੇਤਿਆਂ ਨੇ ਇਹੋ ਹੀ ਬਖਿਆਨ ਕੀਤਾ ਹੈ। ਇਹਨੂੰ ਭਾਈ ਬਖਾਨ ਨਹੀਂ ਪੜ੍ਹਨਾ, ਬਖਿਆਨ। ਖੱਖੇ ਨੂੰ ਸਿਹਾਰੀ, ਜਿਵੇਂ ਅੱਗੇ ਐੜਾ ਹੋਵੇ, ਆੜੇ ਨੂੰ ਕੰਨਾ ਲੱਗਿਆ ਹੋਵੇ, ਤੇ ਨੰਨਾ, ਬਖਿਆਨ ਕਹਿਣਾ ਇਹਨੂੰ। ਇਹ ਧਿਆਨ ਰੱਖਣਾ। ਨਿਤਨੇਮ ਦੀਆਂ ਬਾਣੀਆਂ ਤਾਂ ਬਹੁਤੀਆਂ ਜਿਹਦੇ ਵਿੱਚ ਸੁਖਮਨੀ ਸਾਹਿਬ ਦਾ ਥਾਂ ਤੇ, ਫਿਰ ਜਿਵੇਂ ਕੱਲ੍ਹ ਉਹ ਭਾਈ ਸੁਖਮਨੀ ਸਾਹਿਬ ਕਰਦਾ ਸੀ, ਜਿੱਥੇ ਗਿਆ ਸੀ ਜਥਾ ਭੋਗ ਤੇ, ਉਹ ਫਿਰ ਵੈਸੇ ਹੱਸੀ ਜਾਂਦੇ ਸੀ ਜਾਂ ਦੇਖਿਆ ਵੀ ਉਹ ਸੁੱਧ ਨਹੀਂ ਸੀ ਪੜ੍ਹ ਹੋ ਰਿਹਾ। ਉਹਦਾ ਕਾਰਨ ਕੀ ਹੈ ਵੀ ਸੰਥਿਆ ਜਦੋਂ ਨਹੀਂ ਕੀਤੀ ਫਿਰ ਇਸ ਤਰ੍ਹਾਂ ਹੀ ਹੋਊਗਾ ਨਾ। ਇਸ ਕਰਕੇ ਵਿਖਿਆਨ ਕਰਨਾ। ਤੇ ਉਦੋਂ ਫਿਰ ਵਿਖਿਆਨ ਕਥਨ ਕਿਉਂ ਕੀਤਾ ਹੈ? ਤਤ ਵੇਤਿਆਂ ਨੇ, ਵੇਦਾਂ ਸ਼ਾਸਤਰਾਂ ਨੇ ਇਹੀ ਵਿਖਿਆਨ ਕੀਤਾ ਹੈ ਕਿ ਅਨੇਕਾਂ ਪ੍ਰਕਾਰ ਦਾ ਜਿਹੜਾ ਸੰਸਾਰ ਦੀ ਇਉਂ ਰਚਨਾ, ਪੁੰਨ ਪਾਪ ਰਾਗ ਦਵੈਸ਼ ਹੋ ਗਿਆ।
ਰਾਗ ਪ੍ਰੇਮ ਨੂੰ ਕਹਿੰਦੇ। ਪ੍ਰੇਮ ਕਰਕੇ ਵੀ ਕਰਮ ਕਰਦਾ, ਦਵੈਸ਼ ਕਰਕੇ ਵੀ ਕਰਦਾ। ਪਾਪ ਤੇ ਪੁੰਨ ਹੁੰਦੇ ਹੀ ਰਾਗ ਦਵੈਸ਼ ਕਰਕੇ ਨੇ। ਜਦੋਂ ਰਾਗ ਦਵੈਸ਼ ਵੱਧ ਗਿਆ ਪਾਪ ਪੁੰਨ ਹੋਣ ਤੇ ਬੰਦ ਹੋ ਜਾਂਦੇ ਨੇ। ਅੱਗੇ ਦੱਸਦੇ ਹਨ ਜੀ, ਆਪਨ ਖੇਲ ਆਪ ਕਰ ਦੇਖੈ। ਬਸ ਮੁੱਕਦੀ ਗੱਲ ਤਾਂ ਇਹ ਹੈ ਕਿ ਸੰਸਾਰ ਸਾਰਾ ਹੀ ਵਾਹਿਗੁਰੂ ਦਾ ਤਮਾਸ਼ਾ ਹੈ। ਖੇਲ ਨਾਮ ਹੀ ਤਮਾਸ਼ੇ ਦਾ ਹੁੰਦਾ ਹੈ। ਵਾਹਿਗੁਰੂ ਆਪ ਹੀ ਆਪਣੇ ਸਰੂਪ ਦੇ ਵਿੱਚ, ਵਾਹਿਗੁਰੂ ਦਾ ਆਪਣਾ ਹੀ ਇਹ ਖੇਲ ਤਮਾਸ਼ਾ ਹੈ ਤੇ ਆਪ ਹੀ ਇਹ ਤਮਾਸ਼ੇ ਨੂੰ ਰਚ ਕਰਕੇ ਨਾ, ਇਹਨੂੰ ਪਹਿਲਾਂ ਤਾਂ ਰਚਦਾ ਹੈ, ਰਚ ਕਰਕੇ ਫਿਰ ਦੇਖੈ, ਫਿਰ ਦੇਖਦਾ ਵੀ ਹੈ। ਤਮਾਸ਼ੇ ਨੂੰ ਰਚਿਆ ਵੀ ਆਪ ਹੈ। ਵੀ ਸੰਸਾਰ ਦਾ ਮਦਾਰੀ ਤਮਾਸ਼ਾ ਰਚਦਾ ਹੈ ਪਰ ਦੇਖਦੇ ਲੋਕ ਹੁੰਦੇ ਨੇ। ਇਹ ਤਮਾਸ਼ਾ ਵੀ ਆਪ ਰਚਦਾ ਹੈ ਤੇ ਦੇਖਦਾ ਵੀ ਆਪ ਹੀ ਹੈ, ਕਰਕੇ ਦੇਖ ਰਿਹਾ ਹੈ। ਖੇਲ ਸੰਕੋਚੈ ਤੋ ਨਾਨਕ ਏਕ। ਖੇਲ ਸੰਕੋਚ ਦਾ ਇੱਕ ਸਰੂਪ ਹੋ ਜਾਂਦਾ ਹੈ। ਆਪਨ ਖੇਲ ਆਪ ਕਰ ਦੇਖੈ ਤੇ ਆਪ ਰਚ ਕੇ ਦੇਖਣ ਵਾਲਾ ਵੀ ਹੋਇਆ ਤੇ ਫਿਰ ਖੇਲ ਸੰਕੋਚ ਹੈ। ਸਤਿਗੁਰੂ ਜੀ ਕਥਨ ਕਰਦੇ ਜਦੋਂ ਆਪਣੇ ਖੇਲ ਤਮਾਸ਼ੇ ਨੂੰ ਸੰਕੋਚ ਲੈਂਦਾ ਹੈ, ਸੰਕੋਚੇ ਦਾ ਅਰਥ ਹੈ ਸਮਾਪਤ ਕਰ ਦਿੰਦਾ ਹੈ। ਤੇ ਮਦਾਰੀ ਜਦੋਂ ਤਮਾਸ਼ਾ ਖਤਮ ਕਰਦਾ ਫਿਰ ਝੋਲੀ 'ਚ ਨਹੀਂ ਪਾ ਲੈਂਦਾ ਸਾਰਾ ਸਮਾਨ। ਇਹ ਸੰਸਾਰ ਦੀ ਰਚਨਾ ਸਮੇਟ ਕੇ ਜਦੋਂ ਸਮੇਟ ਲੈਣਾ ਕਰਦਾ ਹੈ ਤਦ ਇੱਕ ਦਾ ਉਹ ਇੱਕ ਸਰੂਪ ਆਪ ਹੀ ਰਹਿ ਜਾਂਦਾ। ਫਿਰ ਜਿਸ ਤਰ੍ਹਾਂ ਫਰਮਾਨ ਕੀਤਾ ਹੈ, ਬਾਜੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ, ਸੰਗ ਉਤਾਰ ਥਮਿਓ ਪਾਸਾਰਾ ਤਬ ਏਕੋ ਏਕ ਅੰਕਾਰ। आप है एक, आप है अनेक, अनेक हैं फिर एक हैं। ਉਹ ਵਾਹਿਗੁਰੂ ਪਰਮੇਸ਼ਰ ਹੈ। ਇਹ ਮਦਾਰੀ ਦੀ ਨਿਆਈ ਹੈ। ਇੱਕ ਸਾਧ ਸੀ ਮਦਾਰੀ ਸੀ, ਥੋੜੇ ਜਿਹੇ ਦਿਮਾਗ ਨੂੰ ਵੀ ਰੈਸਟ ਆ ਜੂਗੀ। ਆਪਾਂ ਥੋੜਾ ਜਿਹਾ ਇੱਕ ਦ੍ਰਿਸ਼ਟਾਂਤ ਦੀ ਮਦਾਰੀ ਸੀ ਇੱਕ, ਉਹ ਕਹਿੰਦੇ ਭਾਰਤ ਵਰਸ਼ ਦੇ ਵਿੱਚ ਮੰਨਿਆ ਹੋਇਆ ਮਦਾਰੀ ਸੀ, ਬਹੁਤਾ ਵੱਡਾ ਮਦਾਰੀ ਸੀ। ਇਹ ਦ੍ਰਿਸ਼ਟਾਂਤ ਹੈ, ਇਹਦੇ ਵਿੱਚੋਂ ਤੱਤ ਸਮਝਣਾ। ਉਹ ਜਿੱਥੇ ਵੀ ਜਾਂਦਾ ਸੀ ਲੋਕੀ ਤਮਾਸ਼ਾ ਦੇਖਣ, ਬੜੇ ਅਚਰਜ ਤਮਾਸ਼ੇ ਜਾਣਦਾ ਸੀ। ਇੱਕ ਰਾਜੇ ਨੂੰ ਪਤਾ ਲੱਗਿਆ, ਉਹਨੇ ਵਜ਼ੀਰਾਂ ਨੇ ਦੱਸਿਆ ਜੀ ਉਹ ਮਦਾਰੀ ਆਇਆ। ਮਹਾਰਾਜਾ ਕਹਿੰਦੇ ਬੁਲਾਓ। ਮਦਾਰੀ ਬੁਲਾ ਲਿਆ। ਕਹਿੰਦੇ ਹਾਂਜੀ ਦੱਸੋ। ਕਹਿੰਦੇ ਤਮਾਸ਼ਾ ਦਿਖਾਏਗਾ। ਇਹ ਕੰਮ ਕੀ ਹੈ? ਇਹੀ ਕੰਮ ਹੈ। ਰਿੱਧੀਆਂ ਸਿੱਧੀਆਂ ਉਹਦੇ ਕੋਲ ਸ਼ਕਤੀਆਂ ਸੀ। ਮਦਾਰੀ ਵੀ ਸ਼ਕਤੀਆਂ ਪ੍ਰਾਪਤ ਕਰ ਲੈਂਦੇ। ਕਹਿੰਦੇ ਦੱਸੋ ਕਿਹੋ ਜਿਹਾ ਤਮਾਸ਼ਾ ਦੇਖਣਾ ਹੈ? ਕਹਿੰਦੇ ਜੀ ਇਹੋ ਜਿਹਾ ਤਮਾਸ਼ਾ ਦੇਖਣਾ, ਦੇਖੇ ਸਭ ਕੁਝ ਹੋਵੇ ਕੁਛ ਬਣਾ। ਉਹ ਕਹਿੰਦੇ ਜੀ ਇਹੀ ਤਾਂ ਕਰਾਮਾਤ ਹੈ ਸਾਡੀ, ਦਿਖਾ ਦਿੰਦੇ ਹਾਂ। ਕਹਿੰਦੇ ਵੀ ਕੋਈ ਵਿਸ਼ੇਸ਼ ਇੱਛਾ? ਕਹਿੰਦੇ ਵੀ ਦੇਵਤਿਆਂ ਦੇ ਦਰਸ਼ਨ ਕਰਨ ਦੀ ਇੱਛਾ ਹੈ ਮੈਨੂੰ। ਠੀਕ ਹੈ। ਕਹਿੰਦਾ ਜੀ ਤੁਸੀਂ ਪਰਜਾ ਇਕੱਠੀ ਕਰ ਲਓ, ਮੈਂ ਤਮਾਸ਼ਾ ਸ਼ੁਰੂ ਕਰ ਦੇਣਾ। ਅਗਲੇ ਦਿਨ ਜਗ੍ਹਾ ਬਣਾਈ ਗਈ, ਮਹਾਰਾਜਾ ਆਪ ਕੁਰਸੀ ਢਾ ਕੇ ਬਹਿ ਗਿਆ। ਕਹਿੰਦਾ ਜੀ ਕਰੋ ਤਮਾਸ਼ਾ ਸ਼ੁਰੂ। ਕਹਿੰਦਾ ਜੀ ਤਮਾਸ਼ਾ ਦਾ ਸ਼ੁਰੂ ਕਰ ਲੈਣਾ, ਇੱਕ ਮੁਸ਼ਕਲ ਹੈ ਕਿ ਮੇਰਾ ਜੇ ਤਾਜ਼ਾ ਵਿਆਹ ਹੋਇਆ, ਮੇਰੇ ਘਰ ਵਾਲੀ ਹੈ, ਵੀ ਮੈਂ ਜਾਣਾ ਦੇਵਪੁਰੀ ਦੇ ਵਿੱਚ ਜੰਗ ਕਰੂੰਗਾ, ਉੱਥੇ ਦੇਵਤਿਆਂ ਦੇ ਸਰੂਪ ਤੁਹਾਡੇ ਕੋਲ ਊਂ ਥੋੜੀ ਆ ਜਾਣਗੇ। ਮੈਂ ਜੰਗ ਕਰੂੰ, ਉੱਥੇ ਫੜ ਕੇ ਲਿਆਉਂ ਉਹਨਾਂ ਨੂੰ। ਉਹ ਕਹਿਣ ਲੱਗਾ ਵੀ ਤੇਰੇ ਘਰ ਵਾਲੀ ਦੀ ਕੋਈ ਗੱਲ ਨਹੀਂ ਹੈਗੀ, ਇੱਥੇ ਜਿੱਥੇ ਮੇਰੀ ਬੇਟੀ ਰਹਿੰਦੀ ਹੈ ਮਹਿਲਾਂ 'ਚ ਉੱਥੇ ਰਹੂਗੀ। ਕਹਿੰਦਾ ਜੀ ਬੁਲਾ ਲਾਂ। ਕਹਿੰਦੇ ਬੁਲਾ ਲਓ। ਕਹਿੰਦਾ ਸ਼੍ਰੀਮਤੀ ਜੀ ਆ ਜਾਓ। ਉਹ ਬੀਬੀ ਆ ਗਈ। ਕਹਿੰਦੇ ਜੀ ਇਹ ਮੇਰੇ ਘਰ ਵਾਲੀ ਹੈ। ਉਹ ਕਹਿੰਦਾ ਜੀ ਮੇਰੀ ਧੀ ਦੇ ਮੰਦਰਾਂ ਦੇ ਵਿੱਚ ਰਹੂਗੀ। ਕਹਿੰਦੇ ਠੀਕ ਹੈ, ਇਹ ਬੇਟੀ ਇਹਨੂੰ ਆਪਣੇ ਕੋਲ ਰੱਖਣਾ। ਠੀਕ। ਕੱਲ ਵੀ ਤਮਾਸ਼ਾ ਸ਼ੁਰੂ। ਕਹਿੰਦੇ ਉਸਨੇ ਇੱਕ ਇਸ ਤਰ੍ਹਾਂ 4 ਕਿੱਲ ਗੱਲੇ ਉਹਦੇ ਆਲੇ ਦੁਆਲੇ ਸੂਤਰ ਲਪੇਟਣਾ ਸ਼ੁਰੂ ਕਰਤਾ। ਮੰਜਾ ਜਿਹਾ ਜਿਵੇਂ ਬੁਣੀਦਾ ਉਹਦੇ ਉੱਤੇ ਬੈਠ ਗਿਆ। ਆਪ ਬੈਠ ਕੇ ਆਪਣੀ ਸ਼ਕਤੀ ਨਾਲ ਉਹਨੇ ਉਡਾ ਲਿਆ ਉੱਪਰ ਨੂੰ। ਐਂ ਦਿਖਾਤਾ ਵੀ ਸੁਰਗੁਣ ਚਲਿਆ ਗਿਆ, ਲੋਪ ਹੋ ਗਿਆ। ਉੱਥੇ ਜਾ ਕੇ ਬੜਾ ਖੜਕਾ ਹੋਇਆ, ਮਾਰ ਲੋ ਫੜ ਲੋ, ਜੰਗ ਹੋ ਗਿਆ। ਕਹਿੰਦੇ ਜੀ ਮਦਾਰੀ ਤਾਂ ਬੜਾ ਸੂਰਮਾ ਨਿਕਲਿਆ। ਉਹਨੇ ਵੱਢ ਕੇ ਦੇਵਤਿਆਂ ਦੀ ਇੱਕ ਦੀ ਲੱਤ ਵੱਢੀ ਗਈ, ਹੇਠਾਂ ਡਿੱਗ ਪਈ, ਤੇ ਫਿਰ ਬਾਂਹ ਵੱਢੀ ਗਈ, ਡਿੱਗ ਪਿਆ। ਇੱਕ ਦੇਵਤੇ ਦਾ ਸਿਰ ਵੱਢਿਆ ਗਿਆ। ਹੌਲੀ ਹੌਲੀ ਦੇਵਤਿਆਂ ਦੇ ਇਸ ਤਰ੍ਹਾਂ ਅੰਗ ਖਿਲਰ ਗਏ। ਉਹਦੇ ਵਿੱਚ ਹੀ ਸਾਹ ਸੀ, ਉਹ ਮਦਾਰੀ ਦਾ ਹੱਥ ਵੱਢਿਆ ਆ ਗਿਆ। ਘਰ ਵਾਲੀ ਨੇ ਰੌਲਾ ਪਾਤਾ ਮੇਰੇ ਪਤੀ ਦਾ ਹੱਥ ਵੱਢਿਆ ਗਿਆ। ਉਹ ਕਹਿੰਦੇ ਬੀਬਾ ਕੋਈ ਨਹੀਂ, ਜੰਗ 'ਚ ਤਾਂ ਹੁੰਦਾ। ਫਿਰ ਦੂਜਾ ਹੱਥ ਵੱਢਿਆ ਗਿਆ, ਫਿਰ ਲੱਤਾਂ ਵੱਢੀਆਂ ਗਈਆਂ, ਫਿਰ ਤਾਂ ਸਿਰ ਵੱਢਿਆ ਹੀ ਡਿੱਗ ਪਿਆ ਹੇਠਾਂ। ਤਮਾਸ਼ਾ ਸਮਾਪਤ ਹੋ ਗਿਆ। ਉਹ ਘਰ ਵਾਲੀ ਕਹਿੰਦੀ ਜੀ ਮੈਂ ਤਾਂ ਹੁਣ ਦੇਖੋ ਸਤੀ ਹੋਊਂਗੀ, ਧਰਮ ਪਾਲੂਗੀ। ਇਹਦੇ ਸਤੀ ਹੋਣ ਦਾ ਰਿਵਾਜ ਸੀ। ਲੱਕੜਾਂ ਇਕੱਠੀਆਂ ਕੀਤੀਆਂ ਤੇ ਚਲੋ ਜੀ ਉਹ ਖਿਲਰਿਆ ਹੋਇਆ ਇਕੱਠਾ ਕੀਤਾ। ਇਕੱਠਾ ਕਰਕੇ ਜਿਹੜੇ ਦੇਵਤਿਆਂ ਦੀਆਂ ਦੇਹਾਂ ਦੇ ਦੀਆਂ ਇੱਕ ਪਾਸੇ ਚਖਾ ਬਣਾਤੇ, ਇੱਕ ਪਾਸੇ ਇਹਦੀ ਗਣਾਤੀ। ਰਾਜਾ ਕਹਿਣ ਲੱਗਿਆ ਓਹੋ
ਕਾਹਦਾ ਤਮਾਸ਼ਾ ਦੇਖਿਆ? ਤੇ ਉਹ ਬੀਬੀ ਕਹਿੰਦੀ ਮੈਂ ਤਾਂ ਸਤੀ ਹੋਊਂਗੀ। ਉਹ ਜਦੋਂ ਚੰਡਾ ਲਾਇਆ ਉਹ ਵਿੱਚ ਬਹਿ ਕੇ ਸਤੀ ਹੋ ਗਈ, ਸਵਾਹ ਹੋ ਗਈ, ਤੇ ਸਾਰੇ ਗਮਗੀਨ ਬੈਠੇ, ਸਿਰ ਨੀਵਾਂ ਕੀਤਾ। ਜਦੋਂ ਕੋਈ ਤਾਜ਼ਾ ਮਰਿਆ ਹੋਵੇ ਐਂ ਹੀ ਹੁੰਦਾ। ਇੰਨੇ ਨੂੰ ਮਦਾਰੀ ਆ ਗਿਆ ਉੱਪਰ ਤੋਂ। ਅੱਧੇ ਤਾਂ ਲੋਕ ਨੱਠਣ ਲੱਗੇ ਵੀ ਪ੍ਰੇਤ ਆ ਗਿਆ, ਪ੍ਰੇਤ। ਉਹ ਕਹਿੰਦਾ ਮੇਰੇ ਤੋਂ ਡਰਦੇ ਕਿਉਂ ਹੈ? ਮੈਂ ਤਾਂ, ਕਹਿੰਦੇ ਤੇਰੇ ਤਾਂ ਹੱਥ ਪੈਰ ਵੱਡੇ। ਕਹਿੰਦਾ ਕੋਈ ਹੱਥ ਪੈਰ ਨਹੀਂ ਸੀ ਵੱਡੇ। ਉਹ ਕਹਿੰਦੇ ਜੀ ਦੇਵਤਿਆਂ ਦੇ, ਕਹਿੰਦੇ ਕੁਝ ਵੀ ਨਹੀਂ ਸੀ। ਕਹਿੰਦੇ ਤੇਰਾ ਸੰਸਕਾਰ ਕੀਤਾ? ਕਹਿੰਦਾ ਦਿਖਾ। ਜਦ ਦਿਖਾਇਆ ਉੱਥੇ ਮੜੀਆਂ ਹੀ ਨਹੀਂ, ਉੱਥੇ ਸੁਆਹ ਹੀ ਨਹੀਂ ਹੈ। ਉਹ ਕਹਿੰਦੇ ਇਹ ਕੀ ਹੋ ਗਿਆ? ਕਹਿੰਦਾ ਤਮਾਸ਼ਾ ਸੀ, ਹੋਰ ਕੀ ਹੋ ਗਿਆ? ਉਹ ਕਹਿੰਦਾ ਦੇਖੋ ਇਨਾਮ ਦਿਓ ਮੈਨੂੰ ਤੇ ਮੇਰੇ ਘਰ ਵਾਲੀ ਨੂੰ ਬੁਲਾਓ, ਮੈਂ ਜਾਵਾਂ ਹੁਣ। ਉਹ ਕਹਿੰਦੇ ਜੀ ਉਹ ਤਾਂ ਸਤੀ ਹੋ ਗਈ ਸੀ। ਕਹਿੰਦਾ ਰਾਜੇ ਨੂੰ ਤੂੰ ਬੇਈਮਾਨ ਹੋ ਗਿਆ। ਸਤੀ ਕਿੱਥੋਂ ਹੋ ਗਈ ਜਦੋਂ ਮੈਂ ਹੀ ਨਹੀਂ ਮਰਿਆ? ਕਹਿਣ ਲੱਗਾ ਵੀ ਕਿ ਰਾਜਾ ਬੜਾ ਨਿਮੋ ਚੂਣਾ ਹੋਇਆ। ਉਸ ਵੇਲੇ ਕਹਿੰਦਾ ਜੀ ਦੇਖ ਗੱਲ ਹੈ ਵੀ ਤੁਸੀਂ ਜਾਣ ਬੁੱਝ ਕੇ ਮੇਰੇ ਘਰ ਵਾਲੀ ਨੂੰ ਰਾਜੇ ਇਹੋ ਜਿਹਾ ਕੁਝ ਕਰਦੇ ਹੁੰਦੇ, ਤੇਰਾ ਮਨ ਬੇਈਮਾਨ ਹੋ ਗਿਆ, ਤੂੰ ਬੇਈਮਾਨ ਹੈ। ਉਹ ਕਹਿੰਦਾ ਮਦਾਰੀ ਜੇ ਤੇਰੇ ਘਰ ਵਾਲੀ ਤੈਨੂੰ ਲੱਭਦੀ ਹੈ, ਕਹਿੰਦਾ ਮੈਂ ਲੱਭਾਂ ਹੁਣੇ, ਦਿਖਾਵਾਂ ਤੇਰਾ ਬੇਈਮਾਨਾ? ਕਹਿੰਦਾ ਦਿਖਾ। ਕਹਿੰਦਾ ਸ਼੍ਰੀਮਤੀ ਉਦੋਂ ਬੋਲ ਪਈ, ਕਹਿੰਦੀ ਹਾਂ ਜੀ ਕਿੱਥੇ ਆ ਤੂੰ? ਕਹਿੰਦੇ ਬੇਈਮਾਨ ਨੇ 7 ਜਿੰਦਿਆਂ ਦੇ ਅੰਦਰ ਕੈਦ ਕੀਤਾ ਹੋਇਆ ਹੈ, 7 ਕੋਠੜੀਆਂ ਦੇ ਅੰਦਰ ਜਿੰਦੇ ਲੱਗੇ ਪਏ ਨੇ, 7 ਮੈਨੂੰ। ਉਹ ਕਹਿੰਦਾ ਖੋਲ ਰਾਜਾ। ਉਹ ਕਹਿੰਦਾ ਨਾ ਮੈਂ ਜਿੰਦੇ ਲਾਏ ਨਾ ਮੈਂ ਖੋਲ ਸਕਦਾ, ਤੂੰ ਹੀ ਖੋਲ ਲੈ। ਉਹਨੇ ਸਾਸ ਨਹੀਂ ਜਿੰਦੇ ਖੋਲੇ। ਕਹਿੰਦਾ ਚੱਲ ਹੁਣ ਤੂੰ ਸਮਾਨ ਲੈ ਕੇ ਛੇਤੀ ਚੱਲ, ਰਾਜਾਂ ਦਾ ਕੋਈ ਪਤਾ ਨਹੀਂ, ਮੈਂ ਇਨਾਮ ਲੈ ਕੇ ਆਉਣਾ, ਤੂੰ ਤਾਂ ਤੁਰ ਜਾ ਇੱਥੋਂ। ਉਹ ਬੀਬੀ ਤੋੜ ਦਿੱਤੀ। ਕਹਿੰਦਾ ਰਾਜਨ ਵੀ ਹੁਣ ਇਨਾਮ? ਉਹ ਕਹਿੰਦਾ ਇਨਾਮ ਤਾਂ ਕੀ ਦੇਵਾਂ, ਮੇਰੀ ਤਾਂ ਬੇਇੱਜ਼ਤੀ ਹੋ ਗਈ ਸਾਰੀ ਪ੍ਰਜਾ ਦੇ ਵਿੱਚ। ਮੈਂ ਨਾ ਤੇਰੇ ਘਰ ਵਾਲੀ ਕੈਦ ਕੀਤੀ, ਨਾ ਮੈਂ ਇਹੋ ਜਿਹਾ ਵਿਸ਼ਈ ਹਾਂ, ਮੈਂ ਤਾਂ ਧਰਮੀ ਰਾਜਾ। ਇਹ ਬਣਿਆ ਕੀ ਮੇਰੇ ਨਾਲ? ਉਹ ਕਹਿੰਦਾ ਰਾਜਨ ਤਹੀਂ ਕਿਹਾ ਸੀ ਵੀ ਹੋਵੇ ਕੁਛ ਨਾ, ਵੀ ਦੇਖੇ ਸਭ ਕੁਛ। ਉਹ ਕਹਿੰਦਾ ਅਸਲ ਤਾਂ ਇਹ ਵੀ ਮੈਂ ਤਾਂ ਵਿਆਹ ਹੀ ਨਹੀਂ ਕਰਾਇਆ ਹੁਣ ਤੱਕ, ਘਰ ਵਾਲੀ ਕਿੱਥੋਂ ਹੋਣੀ ਸੀ ਮੇਰੇ? ਕਹਿੰਦਾ ਫਿਰ ਇਹ ਬੀਬੀ ਕੌਣ ਸੀ? ਕਹਿੰਦਾ ਇਹ ਮੇਰੀ ਸ਼ਕਤੀ ਦੀ ਬਣਾਈ ਹੋਈ ਔਰਤ ਸੀ, ਖੇਡ ਖੇਡਣ ਵਾਸਤੇ। ਜੇ ਤੂੰ ਕਹੇ ਮੈਂ ਇਕੱਲਾ ਮਦਾਰੀ ਤਮਾਸ਼ੇ ਨਹੀਂ ਦਿਖਾਉਣ ਵਾਲਾ, ਮੈਂ ਤਮਾਸ਼ੇ ਦੇ ਜ਼ਰੀਏ ਲੋਕਾਂ ਨੂੰ ਗਿਆਨ ਦੇਣਾ, ਜੇ ਤੈਂ ਲੈਣਾ ਦੇ ਦਿਓ? ਕਹਿੰਦਾ ਹਾਂ ਜੀ ਦਿਓ। ਕਹਿੰਦਾ ਜਿਵੇਂ ਮੈਂ ਇਕੱਲਾ, ਈਸ਼ਵਰ ਵੀ ਇਕੱਲਾ ਹੈ। ਜਿਵੇਂ ਈਸ਼ਵਰ ਆਪਣੀ ਮਾਇਆ ਰਚਦਾ ਹੈ, ਜਿਵੇਂ ਮੈਂ ਇਹ ਇਸਤਰੀ ਬਣਾਤੀ ਸ਼ਕਤੀ ਦੀ, ਰੱਬ ਮਾਇਆ ਬਣਾਉਂਦਾ ਹੈ। ਹੋਰ ਕੁਝ ਵੀ ਨਹੀਂ ਹੈ, ਦਿਸਦਾ ਸਭ ਕੁਝ ਹੈ ਤੇ ਹੈ ਕੱਖ ਵੀ ਨਹੀਂ। ਇਸ ਕਰਕੇ ਤੂੰ ਬੰਦਗੀ ਕਰਿਆ ਕਰ, ਰੱਬ ਦਾ ਨਾਂ ਲਿਆ ਕਰ। ਤਾਂ ਕਿ ਹਸਾਸੀ ਬਾਜੀਗਰ ਜੈਸੇ ਬਾਜੀ ਪਾਈ, ਨਾ ਰੂਪ ਏਕ ਦਿਖਲਾਈ। ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕੰਕਾਰਾ। ਕੱਲਾ ਵਾਹਿਗੁਰੂ ਰਹਿ ਜਾਂਦਾ ਹੈ। ਜਹ ਅਵਗਤ ਭਗਤ ਤਹ ਆਪ। ਜਿੱਥੇ ਵਿਅਕਤੀਗਤ ਤੋਂ, ਜਿੱਥੇ ਵਿਅਕਤੀਗਤ ਤੋਂ ਰਹਿਤ ਨਿਰਗੁਣ ਸਰੂਪ, ਅਵਗਤ ਪ੍ਰਾਪਤ ਸਰੂਪ, ਗਿਆਨ ਸਰੂਪ, ਦੇਹ ਤੋਂ ਰਹਿਤ ਸਰੂਪ ਸੀ। ਜਿੱਥੇ ਪਹੁੰਚੇ ਨਹੀਂ ਆ ਪ੍ਰਾਪਤ ਰੂਪ ਸੀ। ਐਸਾ ਜਿਹੜਾ ਸਰੂਪ ਸੀ, ਜੈ ਅਵਗਤ ਭਗਤ ਤਹਿ ਆਪ, ਉੱਥੇ ਭਗਤ ਭਗਤੀ ਕਰਨ ਵਾਲਾ ਪਰਮੇਸ਼ਰ ਦਾ ਆਪਣਾ ਸਰੂਪ ਹੀ ਸੀ। ਭਗਤ ਵੱਖਰੇ ਨਹੀਂ ਹਨ, ਉਹਦਾ ਰੂਪ ਹਨ। ਜੈ ਅਵਗਤ ਭਗਤ ਤਹਿ ਆਪ, ਜਿੱਥੇ ਪਰਮੇਸ਼ਰ ਦੇ ਭਗਤ ਭਗਤੀ ਕਰਦੇ ਨੇ ਉੱਥੇ ਪਰਮੇਸ਼ਰ ਆਪ ਹਾਜ਼ਰ ਹੁੰਦਾ। ਇਹ ਉਹਦਾ ਵਿਰਧ ਹੈ, ਇਹ ਉਹਦਾ ਨਿਯਮ ਹੈ, ਉਹਦਾ ਧਰਮ ਹੈ। ਜਹ ਪਸਰੈ ਪਾਸਾਰ ਸੰਤ ਪ੍ਰਤਾਪ। ਜਿੱਥੇ ਸਾਰਾ ਪਸਾਰਾ ਫਲਾ ਪਸਰਿਆ ਹੋਇਆ ਦਿਸਦਾ ਹੈ, ਇਹ ਕਾਹਦੇ ਵਾਸਤੇ ਹੈ? ਜੈ ਪਸਰੈ ਪਾਸਾਰ, ਇਹ ਰੱਬ ਨੇ ਪਸਾਰਾ ਕਾਹਦੇ ਵਾਸਤੇ ਪਸਾਰਿਆ ਹੈ? ਕਹਿੰਦੇ ਇਹ ਤਾਂ ਸੰਤ ਪ੍ਰਤਾਪ, ਸੰਤ ਸ਼ਾਂਤ ਆਤਮਾ ਬੰਦਗੀ ਕਰਨ ਵਾਲਿਆਂ ਦਾ ਪ੍ਰਤਾਪ, ਤੇਜ ਪ੍ਰਭਾਵ ਵਧਾਉਣ ਵਾਸਤੇ ਪਸਾਰਾ ਪਸਰਿਆ, ਕਿ ਇਸ ਪਸਾਰੇ 'ਚ ਪਤਾ ਲੱਗੇ ਵੀ ਸੰਤ ਕੀ ਹੈ। ਸੰਤਾਂ ਦਾ ਪ੍ਰਤਾਪ ਵਧਾਉਣ ਵਾਸਤੇ ਮੂਰਖ ਪੈਦਾ ਕੀਤੇ, ਨਿੰਦਕ ਪੈਦਾ ਕੀਤੇ। ਇਹ ਸੰਤਾਂ ਦਾ ਪ੍ਰਤਾਪ ਵਧਾਉਣ ਵਾਸਤੇ ਹੈ। ਅੰਧੇਰਾ ਜਿਹੜਾ ਚਾਨਣੇ ਦਾ ਪ੍ਰਤਾਪ ਵਧਾਉਂਦਾ ਹੈ, ਝੂਠ ਹੈ ਜਿਹੜਾ ਸੱਚ ਦਾ ਪ੍ਰਤਾਪ ਵਧਾਉਂਦਾ ਹੈ। ਨਹੀਂ ਤਾਂ ਸੱਚ ਨੂੰ ਪੁੱਛੇ ਕੌਣ? ਚਾਨਣੇ ਨੂੰ ਕੌਣ ਪੁੱਛੇ ਜੇ ਅੰਧੇਰਾ ਨਾ ਹੋਵੇ? ਜੇ ਅਸੰਤ ਨਾ ਹੋਣ, ਸੰਤਾਂ ਨੂੰ ਕੌਣ ਪੁੱਛੇ? ਫਿਰ ਇਹ ਉਹਨਾਂ ਦਾ ਪ੍ਰਤਾਪ ਵਧਾਉਣ ਵਾਸਤੇ। ਦੋਹੂ ਪਾਖ ਕਾ ਆਪਹਿ ਧਨੀ। ਇਹ ਸੰਸਾਰ ਦਾ ਪਸਾਰਾ। ਕਬੀਰ ਧਰਤੀ ਸਾਧ ਕੀ ਕਹਿੰਦੇ ਤਾਂ ਬੰਦਗੀ ਵਾਲਿਆਂ ਵਾਸਤੇ ਬਣਾਈ ਸੀ, ਚੋਰਾਂ ਨੇ ਦੱਬ ਲਈ। ਤਸਕਰ ਵੈਸੇ ਗਾਹੇ। ਦੋਨਾਂ ਪੱਖਾਂ ਦਾ ਦੁੰਦਬਾਦ ਦਾ। ਦੋਨੇ ਪੱਖ ਕਿਹੜੇ ਨੇ? ਨਿਰਗੁਣ ਸਰੂਪ ਦਾ ਪੱਖ ਹੈ, ਸਰਗੁਣ ਸਰੂਪ ਦਾ ਪੱਖ ਹੈ। ਆਪ ਹੀ ਹੈ ਇਹਨਾਂ ਦਾ ਮਾਲਕ।
ਪਾਪੀਆਂ ਤੇ ਪੁੰਨੀਆਂ ਦੇ ਦੋਨਾਂ ਪੱਖਾਂ ਦਾ ਮਾਲਕ ਆਪ ਹੈ। ਲੋਕ ਪਰਲੋਕ ਦਾ ਆਪ ਹੀ ਧਨੀ ਮਾਲਕ ਹੈ। ਆਸਤਕਾਂ ਤੇ ਨਾਸਤਕਾਂ ਦਾ ਵੀ ਆਪ ਹੀ ਧਨੀ ਮਾਲਕ ਹੈ ਜੀ। ਉਨਕੀ ਸੋਭਾ ਉਨਹੂ ਬਣੀ। ਉਸ ਪਰਮੇਸ਼ਰ ਦੀ ਸੋਭਾ ਵਡਿਆਈ ਤਾਂ ਉਹਨੂੰ ਉਸੇ ਨੂੰ ਬਣ ਆਉਂਦੀ ਹੈ, ਹੋਰ ਨਹੀਂ ਕਿਸੇ ਨੂੰ। ਆਪਹਿ ਕੌਤਕ ਕਰੈ ਅਨੰਦ ਚੂਜ। ਆਪ ਹੀ ਜਗ ਦੇ ਕੌਤਕ ਤਮਾਸ਼ੇ ਨੂੰ ਕਰਦਾ ਹੈ। ਜਿਸ ਦੇ ਆਨੰਦਦਾਇਕ ਚੋਜ ਕੌਤਕ ਹਨ, ਜਿਸ ਦੇ ਅਚਰਜ ਕੌਤਕ ਨ, ਉਸ ਵਾਹਿਗੁਰੂ ਦੇ ਆਨੰਦ ਦੇਣ ਵਾਲੇ। ਆਪਹਿ ਰਸ ਭੋਗਨ ਨਿਰਜੋਗ। ਆਪ ਹੀ ਸਾਰਿਆਂ ਦੇ ਰਸਾਂ ਨੂੰ ਭੋਗਣ ਵਾਲਾ ਹੈ। ਆਪ ਹੀ ਨਿਰਜੋਗ, ਬੰਧਨਾਂ ਤੋਂ ਰਹਿਤ ਹੈ। ਭਾਵ ਕੀ ਹੈ? ਉਸ ਨੂੰ ਕਿਸੇ ਪ੍ਰਕਾਰ ਦਾ ਕਰਤਾ ਭੋਗਤਾ ਦੇ ਬੰਧਨ ਨਹੀਂ ਹੈ। ਉਹ ਪਰਮੇਸ਼ਰ ਸਦਾ ਹੀ ਸੁਤੰਤਰ ਹੈ। ਜਿਸ ਭਾਵੈ ਤਿਸ ਆਪਨ ਨਾਈ ਲਾਵੈ। ਜਿਹਦੀ ਸ਼ਰਧਾ ਭਾ ਜਾਂਦੀ ਹੈ, ਉਸ ਨੂੰ ਚੰਗੀ ਲੱਗਦੀ ਹੈ। ਪਰਮੇਸ਼ਰ ਹੋਰ ਉਸ ਨੂੰ ਫਿਰ ਕੀ ਕਰਦਾ ਹੈ? ਦੇਖੋ ਕਿਹਦਾ ਨਿਰਣਾ ਕੀਤਾ ਮਹਾਰਾਜ ਨੇ। ਆਪਨ ਨਾਏ ਲਾਭ ਹੈ। ਉਹਨੂੰ ਆਪਣਾ ਨਾਮ ਜਪਣ ਲਾ ਦਿੰਦਾ ਹੈ, ਉਹਨੂੰ ਆਪਣੀ ਕਥਾ ਸੁਣਨ ਲਾ ਦਿੰਦਾ ਹੈ, ਉਹਨੂੰ ਆਪਣਾ ਕੀਰਤਨ ਸੁਣਨ ਤੇ ਕਰਨ ਲਾ ਦਿੰਦਾ ਹੈ। ਇਹ ਕਹਿੰਦੇ ਸਮਝ ਲਓ ਵੀ ਇਹ ਬੰਦਾ ਭਾ ਗਿਆ ਰੱਬ ਨੂੰ ਚੰਗਾ ਲੱਗਣ ਲੱਗ ਗਿਆ। ਇਸ ਪ੍ਰਕਾਰ ਦਾ ਸਾਧ ਸੰਗਤ ਜੀ, ਉਹ ਪਰਮੇਸ਼ਰ ਵਾਹਿਗੁਰੂ ਦੇ ਅੰਤਰਜਾਮੀ ਦੇ ਇਹ ਚੋਜਨ ਆਪਣੀ ਮਾਇਆ ਉਸ ਨੇ ਆਪ ਹੀ ਪਸਾਰੀ ਹੋਈ ਹੈ। ਐਸਾ ਵਾਹਿਗੁਰੂ ਪਰਮੇਸ਼ਰ ਹੈ। ਕਹਿੰਦੇ ਉਹ ਪਰਮੇਸ਼ਰ ਅੰਤਰਜਾਮੀ ਦਾ ਤੁਕ ਬੋਲਿਓ ਜੀ ਦੁਬਾਰੇ ਫੇਰ। ਜਿਸ ਭਾਵੈ ਤਿਸ ਆਪਨ ਨਾਈ ਲਾਵੈ। ਜਿਸ ਨੂੰ ਭਾਉਂਦਾ ਹੈ ਉਹਨੂੰ ਆਪਣੇ ਨਾਮ ਦੇ ਨਾਲ ਲਾ ਦਿੰਦਾ। ਇਹ ਸਮਝ ਲਓ ਵੀ ਇਹ ਭਾ ਗਿਆ ਪਰਮਾਤਮਾ ਨੂੰ। ਐਸਾ ਪਰਮੇਸ਼ਰ ਵਾਹਿਗੁਰੂ ਹੈ। ਜਿਸ ਭਾਵੈ ਤਿਸ ਖੇਲ ਖਿਲਾਵੈ। ਤੇ ਜਿਸ ਨੂੰ ਜਿਹੜਾ ਜਿਸ ਭਾਵ ਹੈ ਤਿਸ ਖੇਲ ਖਿਲਾਵੈ। ਦੁਨੀਆ ਦੇ ਵਿੱਚ ਸਾਧ ਸੰਗਤ ਜੀ ਕੀ ਹੈ? ਜਿਹੜੇ ਜੀਵ ਉਹਨੂੰ ਭਾ ਗਏ, ਪਰਮੇਸ਼ਰ ਨੇ ਆਪਣੇ ਨਾਮ ਦੇ ਨਾਲ ਲਾ ਕੇ, ਜਿਹੜੇ ਜੀਵ ਦੀ ਬਾਸ਼ਨਾ ਭਾਵੈ ਭਾ ਜਾਵੇ ਕਿ ਦੁਨੀਆ ਦੇ ਵਿੱਚ ਹੁਣ ਬਾਸ਼ਨਾ ਕਰਕੇ ਖੇਲਣਾ ਚਾਹੁੰਦਾ ਹੈ, ਉਸ ਨੂੰ ਪੰਜਾਂ ਤੱਤਾਂ ਦੀ ਰਚਨਾ ਰਚ ਕੇ ਜੂਨੀਆਂ ਦੇ ਵਿੱਚ ਖੇਲ ਖਿਲਾ ਦਿੰਦਾ ਹੈ। ਜਿਸ ਨੂੰ ਚਾਹੁੰਦਾ ਹੈ ਉਸ ਨੂੰ ਸਾਧ ਸੰਗਤ ਜੀ ਉਹ ਮਨੁੱਖ ਬਣਾ ਕੇ, ਜੀਵ ਬਣਾ ਕੇ 84 ਦੇ ਗੇੜੇ ਦੇ ਖਿਲਾਉਣ ਲੱਗ ਜਾਂਦਾ ਹੈ। ਉਹ ਤੁਸੀਂ ਦੇਖਿਆ ਨਾ, ਕਈ ਵਾਰੀ ਬੱਚਾ ਨਿੱਕਾ ਹੁੰਦਾ ਜਿਹੜਾ, ਉਹਨੂੰ ਕਈ ਵਾਰੀ ਖਿਲਾਉਣ ਵਾਲਾ ਉੱਤੇ ਤਹਾਂ ਨੂੰ ਉਛਾਲਦਾ, ਉੱਚਾ ਚੱਕਦਾ, ਤੇ ਕਈ ਵਾਰੀ ਉਹਨੂੰ ਮੰਜੇ ਤੇ ਸਿੱਟ ਕੇ ਉਹਦੇ ਕੁਦਕਦੇ ਕੱਢਣ ਲੱਗ ਜਾਂਦਾ ਹੈ, ਤੇ ਉਹ ਕਈ ਵਾਰੀ ਹੇਠਾਂ ਸਿੱਟਦਾ, ਕਈ ਵਾਰੀ ਉੱਪਰ। ਇਸੇ ਤਰ੍ਹਾਂ ਫਿਰ ਪ੍ਰਮਾਤਮਾ ਕਈ ਵਾਰੀ ਨੀਚਾਂ ਦੇ ਨੀਵੀਆਂ ਜੂਨਾਂ 'ਚ ਸਿੱਟ ਕੇ ਖੇਡਦਾ, ਕਈ ਵਾਰੀ ਉੱਚੇ ਸਵਰਗ ਦੇ ਵਿੱਚ ਭੇਜਦਾ। ਇਹ ਫਿਰ ਇਸ ਤਰ੍ਹਾਂ ਦੀ ਖੇਡ ਜੇ ਇਉਂ ਜੀਵਾਂ ਨੂੰ ਖਿਲਾਉਣ ਲੱਗ ਜਾਂਦਾ। ਫਿਰ ਨਰਕ ਸੁਰਗ ਦੇ ਖਿਡਾ ਰਿਹਾ, ਜੂਨਾਂ 'ਚ ਖਿਡਾ ਰਿਹਾ, ਤੇ ਇਸ ਪ੍ਰਕਾਰ ਫਿਰ ਪਾਪ ਉਹਨਾਂ ਦੇ ਖਿਡਾ ਰਿਹਾ ਹੈ। ਬੇਸੁਮਾਰ ਅਥਾਹ ਅਗਨਤ ਅਤੁਲ। ਉਹ ਪਰਮੇਸ਼ਰ ਬੇਅੰਤ ਅਥਾਹ ਅਤਿਅੰਤ ਡੂੰਘਾ, ਅਗਣਤ ਗਿਣਤੀ ਤੋਂ ਰਹਿਤ ਹੈ। ਇਹਨੂੰ ਅਗਣਤ ਪਾਠ ਕਰਨਾ ਹੈ, ਆੜਾ ਗੇਤਰ ਕਰਕੇ। ਗਿਣਤੀ ਤੋਂ ਰਹਿਤ ਹੈ ਤੇ ਫਿਰ ਅਤੁਲ ਹੈ। ਸ਼ਾਸਤਰ ਪ੍ਰਮਾਣ ਰੂਪੀ ਬੱਟਿਆਂ ਦੇ ਨਾ ਤੋਲਿਆ ਨਹੀਂ ਜਾਂਦਾ ਹੈ। ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਿਗੁਰੂ ਜੀ ਕਥਨ ਕਰਦੇ ਨੇ, ਸਮਾਪਤੀ ਕਰਦੇ ਹੈ ਕਿ ਹੇ ਵਾਹਿਗੁਰੂ, ਜਿਉਂ ਜਿਵੇਂ ਆਪ ਜੀ ਨੂੰ ਭਾਉਂਦਾ ਹੈ ਤੁਸੀਂ ਉਵੇਂ ਮੈਨੂੰ ਬੁਲਾ ਲਿਆ ਹੈ। ਜਿਵੇਂ ਸਾਨੂੰ ਆਪ ਜੀ ਬੁਲਾਵੋ ਬੁਲਾਉਂਦੇ ਹੋ, ਤਿਉਂ ਉਸੇ ਤਰ੍ਹਾਂ ਅਸੀਂ ਆਪ ਦੇ ਦਾਸ ਸੇਵਕ ਬਣ ਕੇ ਬੋਲਦੇ ਹਾਂ। ਮੈਂ ਸੁਖਮਨੀ ਸਾਹਿਬ ਮਹਾਰਾਜ ਕਹਿੰਦੇ ਜਿਹੜੀ ਰਚ ਰਹੇ ਤੁਸੀਂ ਆਪ ਹੀ ਹਾਂ, ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਹੋ ਜਿਓ। ਤੋ ਇਸ ਪ੍ਰਕਾਰ ਜਿਉਂ ਬੁਲਾਵੋ, ਇੱਕ ਵਾਰੀ ਪੜ੍ਹ ਦੋ ਦੁਬਾਰੇ ਫਿਰ। ਜਿਉਂ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਜਿਵੇਂ ਮਹਾਰਾਜ ਦਾਸ ਨੂੰ ਬੁਲਾਇਆ ਹੈ, ਮੈਂ ਉਵੇਂ ਬੋਲਿਆ, ਉਵੇਂ ਬੋਲਾਂਗਾ ਅੱਗੇ ਨੂੰ ਵੀ ਜਿਵੇਂ ਤੁਸੀਂ ਬੁਲਾਓਗੇ। ਇਸ ਕਰਕੇ ਸਾਧ ਸੰਗਤ ਜੀ, ਇਹ ਮਹਾਰਾਜ ਸਾਹਿਬ ਜੀ ਨੇ 21ਵੀਂ ਅਸ਼ਟਪਦੀ ਇੱਥੇ ਸਮਾਪਤ ਕੀਤੀ ਹੈ। ਪੂਰੇ ਅੱਖਰ 1100 ਆ ਗਏ ਇਹਦੇ ਵਿੱਚ। ਪੈਰਾਂ ਵਾਲੇ ਅੱਖਰ ਜਿਹੜੇ ਉਹ 12 ਆਏ ਨੇ, ਅੱਧਾ ਅੱਖਰ ਕੇਵਲ ਇੱਕ ਆਇਆ। ਇਉਂ 1113 ਅੱਖਰਾਂ ਦੇ ਵਿੱਚ ਮਹਾਰਾਜ ਸਾਹਿਬ ਨੇ ਇਹ ਬ੍ਰਹਮ ਗਿਆਨ ਕਥਨ ਕੀਤਾ ਹੈ। ਆਓ ਹੁਣ ਗਰੀਬ ਨਿਵਾਸ ਸਤਿਗੁਰੂ ਕਿਰਪਾ ਕਰਨ, ਜੀ ਜੰਤ ਕੇ ਠਾਕਰਾ ਆਪੇ ਵਰਤਨਹਾਰ। ਇਹ ਅਸ਼ਟਪਦੀ ਜਿਹੜੀ 22ਵੀਂ ਸ਼ਾਮ ਦੇ ਵਕਤ ਹੋਏਗੀ,
ਗਰੀਬ ਨਿਵਾਜ ਸਤਿਗੁਰੂ ਕਿਰਪਾ ਕਰਨ। ਆਓ ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵੇ ਸੁਮਾਰ ਅਥਾਹ ਅਥਾਹ ਅਗੰਤ ਅਗੰਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।